ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ। ਸ਼ੁਕਰ ਹੈ ਵਾਹਿਗੁਰੂ ਜੀ ਦੇ। ਸੰਗਤ ਜੀ, ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਦਿੱਲੀ ਚਾਂਦਨੀ ਚੌਂਕ ਵਿੱਚ ਆਪਣੀ ਸ਼ਹੀਦੀ ਦਿੱਤੀ ਸੀ, ਆਪਣਾ ਆਪ ਕੁਰਬਾਨ ਕੀਤਾ ਸੀ, ਉਹਦੇ ਅਸੀਂ ਵਿਚਾਰਾਂ ਕਰਾਂਗੇ। ਉਹਦੇ ਸੰਬੰਧ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਲਈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਚਨ ਨੇ। ਸਤਿਗੁਰਾਂ ਨੇ ਕਿਹਾ, ਠੀਕਰ ਫੋਲ ਦਲੀਸ ਸਿਰ ਪ੍ਰਭ ਪੁਰ ਕੀਆ ਭਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੂ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜੇ ਕਰੀ, ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਆਪਣਾ ਸਿਰ ਤਾਂ ਦੇ ਦਿੱਤਾ, ਪਰ ਆਪਣੀ ਦ੍ਰਿੜਤਾ, ਆਪਣੀ ਪਰਪੱਕਤਾ, ਆਪਣੇ ਜਿਹੜਾ ਅਸੂਲ ਨੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਦਿੱਤਾ। ਤੋ ਧੰਨ ਸਤਿਗੁਰ ਤੇਗ ਬਹਾਦਰ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਔਰ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਦਾ ਆਗਮਨ ਹੋਇਆ, ਪ੍ਰਕਾਸ਼ ਹੋਇਆ। ਤੇ ਛੇਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ। ਜਦੋਂ ਸੰਪੂਰਨਤਾ ਹੋਈ ਦੀਵਾਨਾਂ ਦੀ, ਤਾਂ ਸਤਿਗੁਰਾਂ ਨੂੰ ਸੁਨੇਹਾ ਮਿਲਿਆ ਕਿ ਸਾਹਿਬਜ਼ਾਦੇ ਦਾ ਆਗਮਨ ਹੋਇਆ। ਤੋ ਛੇਵੇਂ ਪਾਤਸ਼ਾਹ ਆਪਣੇ ਨਿੱਜੀ ਮਹਿਲਾਂ ਦੇ ਵਿੱਚ ਗਏ, ਤੋ ਬਾਲਕ ਨੂੰ ਗੋਦੀ ਦੇ ਵਿੱਚ ਲਿਆ, ਤੇ ਨਾਲ ਗੁਰਸਿੱਖ ਵੀ ਨੇ, ਸਤਿਗੁਰਾਂ ਦੇ ਨਾਲ ਨੇ, ਭਾਈ ਸਾਹਿਬ ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ। ਤਾਂ ਸਤਿਗੁਰ ਬੜਾ ਨੀਝ ਲਾ ਕੇ ਨਿਹਾਰ ਕੇ ਦੇਖ ਰਹੇ ਨੇ। ਪੁੱਛਿਆ ਗੁਰਸਿੱਖਾਂ ਨੇ, ਮਹਾਰਾਜ ਜੀ ਪਹਿਲਾਂ ਵੀ ਘਰ ਵਿੱਚ ਸਾਹਿਬਜ਼ਾਦੇ ਆਏ ਨੇ, ਸੋ 4 ਸਾਹਿਬਜ਼ਾਦੇ ਪਹਿਲਾਂ ਨੇ, ਪੁੱਤਰੀ ਬੀਬੀ ਵੀਰੋ ਜੀ ਹੈ, ਇਸ ਸਾਹਿਬਜ਼ਾਦੇ ਨੂੰ ਤੁਸੀਂ ਬੜਾ ਧਿਆਨ ਨਾਲ, ਗੌਰ ਨਾਲ ਦੇਖ ਰਹੇ ਹੋ। ਤੇ ਗੁਰੂ ਮਹਾਰਾਜ ਨੇ ਕਿਹਾ ਵੀ ਜਿਹੜੇ ਵੀ ਸੰਸਾਰ ਦੇ ਵਿੱਚ ਆਉਂਦੇ ਨੇ ਨਾ, ਸਾਰਿਆਂ ਨੇ ਜਿਹੜੇ ਜੋੜ ਜੁੜਦੇ ਨੇ ਸੰਸਾਰ ਦੇ, ਕੋਈ ਨਾ ਕੋਈ ਲੈਣਾ ਦੇਣਾ ਹੁੰਦਾ, ਇਵੇਂ ਪਰਿਵਾਰ ਬਣਦੇ, ਰਿਸ਼ਤੇ ਬਣਦੇ, ਸਮਾਜ ਸੰਸਾਰ ਇਵੇਂ ਹੀ ਚੱਲਦਾ। ਸੋ ਮਾਤ ਪਿਤਾ ਬਨਿਤਾ ਸੁਤ ਬੰਧਪ, ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਪੂਰਬਲਾ ਸਾਰਿਆਂ ਦਾ ਕੋਈ ਲੈਣਾ ਦੇਣਾ ਪਿਆ ਹੁੰਦਾ, ਉਹ ਫਿਰ ਇਕੱਠੇ ਕਰ ਦਿੰਦਾ ਪਰਮਾਤਮਾ, ਭਾਈ ਆਪਣੇ ਹਿਸਾਬ ਕਿਤਾਬ ਕਲੀਅਰ ਕਰ ਲਓ। ਲੇਕਿਨ ਸਤਿਗੁਰਾਂ ਨੇ ਕਿਹਾ, ਇਹ ਜੋ ਬਾਲਕ, ਜੋ ਸਾਹਿਬਜ਼ਾਦਾ ਜੀ ਆਏ ਨੇ, ਇਹਨਾਂ ਨੇ ਲੈਣਾ ਕਿਸੇ ਤੋਂ ਕੁਛ ਨਹੀਂ ਆ, ਇਹ ਦੇਣ ਵਾਸਤੇ ਹੀ ਆਏ ਨੇ। ਇਹਨਾਂ ਨੇ ਸਾਰਾ ਜੀਵਨ ਦੇ ਹੀ ਜਾਣਾ, ਔਰ ਇੱਥੋਂ ਤੱਕ ਇਹ ਆਪਣਾ ਆਪ ਹੀ ਕੁਰਬਾਨ ਕਰ ਦੇਣਗੇ ਸੰਸਾਰ ਦੀ ਖਾਤਰ, ਮਾਨਵਤਾ ਦੀ ਖਾਤਰ। ਤੋ ਸਤਿਗੁਰਾਂ ਦੇ ਬਚਨ ਉਹ ਸਾਖਸ਼ਾਤ ਸਾਰੇ ਸੰਸਾਰ ਦੇ ਸਾਹਮਣੇ ਉਹ ਜਿਹੜੇ ਨੇ ਪ੍ਰਗਟ ਹੋਏ ਨੇ। ਜਦੋਂ 4 ਸਾਲਾਂ ਦੇ ਸੀਗੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੋ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀਗਾ, ਬਰਾਤ ਦੀਆਂ ਤਿਆਰੀਆਂ ਹੋ ਰਹੀਆਂ। ਮਾਤਾ ਜੀ ਨੇ ਆਪਣੇ ਪੁੱਤਰ ਛੋਟੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹੁਤ ਸੋਹਣੇ ਵਸਤਰ ਪਹਿਨਾਏ, ਕੀਮਤੀ, ਔਰ ਹੱਥਾਂ ਵਿੱਚ ਸੋਨੇ ਦੇ ਕੰਗਣ, ਗਲੇ ਵਿੱਚ ਕੈਂਠਾ, ਬਰਾਤ ਜਾਣਾ, ਸੋਹਣੀ ਤਿਆਰੀ ਹੋਈ ਹੈ। ਤੋ ਖੇਡਦਿਆਂ ਖੇਡਦਿਆਂ ਬਾਹਰ ਨੂੰ ਚਲੇ ਗਏ, ਸਾਰੀ ਬਰਾਤ ਤਿਆਰੀਆਂ ਕਰ ਰਹੀ ਹੈ। ਤੋ ਕੀ ਦੇਖਦੇ ਨੇ, ਉੱਥੇ ਇੱਕ ਗਰੀਬ ਬੱਚਾ, ਉਹ ਨੰਗਾ ਹੈ। ਉਹਨੂੰ 4 ਸਾਲ ਦੇ ਬਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਛਦੇ ਨੇ, ਤੂੰ ਨੰਗਾ ਕਿਉਂ ਹੈ? ਉਹਨੇ ਕਿਹਾ, ਅਸੀਂ ਗਰੀਬ ਹਾਂ, ਸਾਡੇ ਕੋਲ ਪਹਿਨਣ ਨੂੰ ਕੱਪੜੇ ਨਹੀਂ ਹੈਗੇ। ਤੋ ਆਪਣੇ ਉਹ ਕੀਮਤੀ ਵਸਤਰ ਉਹ ਵੀ ਖੋਲ ਕੇ ਦੇ ਦਿੱਤੇ, ਜਿਹੜੇ ਗਹਿਣੇ ਪਹਿਨੇ ਹੋਏ ਸੀ ਉਹ ਵੀ ਦੇ ਦਿੱਤੇ, ਕਹੋ ਲਓ ਤੁਹਾਡੀ ਗਰੀਬੀ ਦੂਰ ਹੋ ਜਾਊਗੀ। ਆਪ ਨੰਗੇ ਪਿੰਡੇ ਘਰ ਵਿੱਚ ਵਾਪਸ ਆਏ ਮਹਿਲਾਂ ਦੇ ਵਿੱਚ। ਜਦੋਂ ਮਾਤਾ ਜੀ ਨੇ ਦੇਖਿਆ, ਤਾਂ ਉਹਨਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿਹਾ ਵੀ ਦੇਖੋ ਤੁਹਾਡਾ ਪੁੱਤਰ ਕੀ ਕਰਕੇ ਆਇਆ, ਵੀ ਸਾਰੀ ਬਰਾਤ ਦੀਆਂ ਤਿਆਰੀਆਂ ਕਰੀ ਬੈਠੇ ਨੇ, ਇਹ ਆਪਣੇ ਕੱਪੜੇ ਗਹਿਣੇ ਤੱਕ ਵੀ ਲਾ ਕੇ ਦੇ ਆਏ ਆ। ਤੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਇਹ ਦੇਣ ਵਾਸਤੇ ਹੀ ਆਏ ਨੇ, ਇਹਨਾਂ ਨੂੰ ਰੋਕੋ ਨਾ, ਇਹਨਾਂ ਨੇ ਦਿੰਦੇ ਹੀ ਰਹਿਣਾ, ਔਰ ਇਹਨਾਂ ਨੂੰ ਕੋਈ ਰੋਕ ਵੀ ਨਹੀਂ ਸਕਦਾ। ਸੋ ਬਚਪਨ ਤੋਂ ਸੁਭਾਅ ਇਹੋ ਜਿਹਾ ਸੀਗਾ। ਜਦੋਂ ਕਰਤਾਰਪੁਰ ਸਾਹਿਬ ਦੀ ਧਰਮ ਯੁੱਧ ਹੋਇਆ, ਚੌਥੇ ਪਾਤਸ਼ਾਹ ਦੀਆਂ ਜਿਹੜੀਆਂ ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜਿਹੜੀਆਂ 4 ਧਰਮ ਯੁੱਧਾਂ ਹੋਈਆਂ ਨੇ, ਜਦੋਂ ਕਰਤਾਰਪੁਰ ਸਾਹਿਬ ਦੀ ਚੌਥਾ ਜਦੋਂ ਧਰਮ ਯੁੱਧ ਆ, ਉਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 13.5 ਪੌਣਾ 14 ਸਾਲਾਂ ਦੇ ਨੇ। ਇਹ ਵੀ ਤੇਗ ਵਾਹ ਰਹੇ ਨੇ ਜੰਗੇ ਮੈਦਾਨ ਦੇ ਵਿੱਚ। ਤੇ ਕਰਤਾਰਪੁਰ ਸ਼ਹਿਰ ਦੇ ਲੋਕਾਂ ਨੇ, ਨਗਰ ਦੇ ਲੋਕਾਂ ਨੇ
ਆਪਣੇ ਕੋਠੀਆਂ ਦੀਆਂ ਛੱਤਾਂ ਦੇ ਉੱਤੇ ਚੜ੍ਹ-ਚੜ੍ਹ ਕੇ ਜੰਗ ਦੇਖੀ। ਉਹ ਜੰਗ ਦੇਖਣ ਵਾਲਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਨਾਨਕੀ ਜੀ ਵੀ ਨੇ ਔਰ ਪਤਨੀ ਮਾਤਾ ਗੁਜਰੀ ਜੀ ਵੀ ਨੇ। ਉਹ ਵੀ ਜੰਗ ਦੇਖ ਰਹੇ ਨੇ। ਸੋ ਮਾਤਾ ਗੁਜਰੀ ਜੀ ਸਾਰੇ ਹਾਲੇ 11 ਕੁ ਸਾਲਾਂ ਦੇ ਨੇ। ਤੋ ਇਹ ਦੇਖ ਰਹੇ ਨੇ। ਤੋ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਬਹਾਦਰੀ ਦੇ ਨਾਲ ਲੜ ਰਹੇ ਨੇ। ਸਵੇਰ ਤੋਂ ਦੁਪਹਿਰ ਦਾ ਸਮਾਂ ਆ ਗਿਆ, ਤੋ ਦੁਪਹਿਰ ਵੀ ਢਲਣ ਵਾਲੀ ਹੋ ਗਈ। ਤੋ ਹਾਲੇ ਥੋੜ੍ਹੇ ਹੀ ਮਹੀਨੇ ਕੁ ਹੋਏ ਨੇ ਵਿਆਹ ਹੋਏ ਨੂੰ। ਤੋ ਮਾਤਾ ਨਾਨਕੀ ਜੀ ਫਿਰ ਇੱਕ ਚਿੱਠੀ ਭੇਜਦੇ ਨੇ, ਇੱਕ ਸੁਨੇਹਾ ਕਾਸਤ ਦੇ ਹੱਥ, ਕਿ ਸਾਹਿਬਜ਼ਾਦੇ ਦੀ ਇੱਕ ਤਾਂ ਹਾਲੇ ਉਮਰ ਛੋਟੀ ਹੈ ਤੇ ਸਵੇਰ ਦੇ ਲੱਗੇ ਹੋਏ ਨੇ, ਥੱਕ ਗਏ ਹੋਣਗੇ, ਇਹਨਾਂ ਨੂੰ ਘਰ ਭੇਜ ਦਿੱਤਾ ਜਾਵੇ। ਤੋ ਇਹ ਸੁਨੇਹਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਵੀ ਜਾਂਦਾ। ਉਹ ਅੱਗਿਓਂ ਫਿਰ ਸੁਨੇਹਾ ਭੇਜਦੇ ਨੇ ਕਿ ਮਾਂ, ਜਿਹੜਾ ਸੂਰਮਾ ਆ ਨਾ, ਉਹਦਾ ਧਰਮ ਨਹੀਂ ਆ ਕਿ ਉਹ ਜੰਗੇ ਮੈਦਾਨ ਵਿੱਚੋਂ ਵਾਪਸ ਆ ਜਾਵੇ। ਸੂਰਮਾ 2 ਹਾਲਾਤਾਂ ਵਿੱਚ ਵਾਪਸ ਆਉਂਦਾ, ਜਾਂ ਤਾਂ ਜੰਗ ਜਿੱਤ ਕੇ ਤਾਂ ਆਉਂਦਾ ਵਾਪਸ, ਜਾਂ ਫਿਰ ਆਪਣੀ ਸ਼ਹੀਦੀ ਪਾ ਕੇ ਆਉਂਦਾ। ਏਦਾਂ ਨਹੀਂ ਕਹਿੰਦੇ ਵਾਪਸ ਆਉਂਦਾ। ਸੋ ਇਹ ਮਾਤਾ ਗੁਜਰੀ ਜੀ ਨੇ ਦੇਖੀ ਸੀ ਆਪਣੇ ਪਤੀ ਦੇਵ ਸਤਿਗੁਰੂ ਜੀ ਦੀ ਇਤਨੀ ਦ੍ਰਿੜਤਾ, ਇੰਨੀ ਪਰਪੱਕਤਾ। ਔਰ ਫਿਰ ਇਸ ਜੰਗ ਦੇ ਵਿੱਚ ਜਦੋਂ ਫਤਿਹ ਹੋਈ ਸਤਿਗੁਰਾਂ ਦੀ ਧਰਮ ਯੁੱਧ ਦੇ ਵਿੱਚ, ਮੇਰੇ ਪੀਰ ਦਾ ਮਾਲਕ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਉਹਨਾਂ ਨੇ ਆਪਣੇ ਪੁੱਤਰ ਸਾਹਿਬਜ਼ਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਪ੍ਰੇਮ ਦੇ ਨਾਲ ਆਪਣੀ ਛਾਤੀ ਦੇ ਨਾਲ ਲਗਾਇਆ ਔਰ ਦੇਖਿਆ ਕਿ ਕਿਵੇਂ ਤੇਗ ਚਲਾਈ ਜੰਗੇ ਮੈਦਾਨ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਵੀ ਨਾਮ ਸੀਗਾ ਤਿਆਗਮਲ। ਕਿਹਾ ਤਿਆਗਮਲ ਨਹੀਂ, ਅੱਜ ਤੋਂ ਜਿਹੜਾ ਤੁਹਾਡਾ ਨਾਮ ਹੈ ਤੇਗ ਬਹਾਦਰ ਆ। ਤੁਸੀਂ ਤਾਂ ਤੇਗ ਦੇ ਬਹਾਦਰ ਹੋ। ਤੇਗ ਮਤਲਬ ਸ਼ਮਸ਼ੀਰ ਉਹਦੇ ਬਹਾਦਰ ਹੋ। ਔਰ 3 ਬਖਸ਼ਿਸ਼ਾਂ ਵੀ ਦਿੱਤੀਆਂ ਸੀ ਉਦੋਂ ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ। ਇੱਕ ਦਿੱਤੀ ਸੀਗੀ ਪੋਥੀ ਬਾਣੀ ਦੀ, ਇੱਕ ਦਿੱਤੀ ਸੀਗੀ ਕਟਾਰ, ਇੱਕ ਦਿੱਤਾ ਸੀ ਆਪਣਾ ਰੁਮਾਲ। ਇਹ ਬੀਜ ਮਾਤਰ ਦਿੱਤੀਆਂ ਸਨ। ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਨੇ, ਇਹ ਫਿਰ ਇੰਨੀਆਂ ਕੁ ਫੈਲੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੰਨੀਆਂ ਫੈਲਾਈਆਂ। ਜਿਹੜੀ ਕਟਾਰ ਸੀ ਉਹ ਤੇਗ ਦਾ ਰੂਪ ਧਾਰਨ ਕੀਤੀ, ਔਰ ਜਿਹੜਾ ਰੁਮਾਲ ਦਿੱਤਾ ਸੀ ਉਹ ਮਾਨਵਤਾ ਦੀ, ਧਰਮ ਦੀ ਰੱਖਿਆ ਕਰਨ ਦੀ ਚਾਦਰ ਬਣ ਗਿਆ। ਔਰ ਜਿਹੜੀ ਪੋਥੀ ਸੀਗੀ, ਉਹ ਪੋਥੀ ਦੇ ਵਿੱਚ ਇੰਨਾ ਡੁੱਬੇ, ਇੰਨਾ ਉਸ ਬਾਣੀ ਦਾ ਉੱਤੇ ਅਸਰ ਹੋ ਗਿਆ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਇੱਕ ਬਾਣੀ ਰੂਪ ਹੋ ਗਿਆ। ਆਪ ਹੀ ਬਾਣੀ ਉਚਾਰ ਦਿੱਤੀ। ਤਾਂ ਸਤਿਗੁਰਾਂ ਨੇ ਖੁਦ ਆਪਣੇ ਸ਼ਬਦ ਤੇ ਸ਼ਲੋਕ ਜਿਹੜੇ ਨੇ ਉਚਾਰੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 59 ਸ਼ਬਦ ਨੇ ਤਾਂ 57 ਸ਼ਲੋਕ ਨੇ। ਸੋ ਬਾਣੀ ਦੇ ਵਿੱਚੋਂ ਇੱਕ ਹੋ ਕੇ ਹੋਰ ਬਾਣੀ ਵੀ ਉਚਾਰੀ। ਤੇ ਛੇਵੇਂ ਪਾਤਸ਼ਾਹੀ ਨੇ ਆਪਣੀ ਜਿਹੜੀ ਗੁਰਤਾ ਗੱਦੀ ਹੈ ਉਹ ਆਪਣੇ ਪੋਤਰੇ ਨੂੰ ਦਿੱਤੀ, ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ। ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਅੱਗਿਓਂ ਦਿੱਤੀ ਆਪਣੇ ਛੋਟੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਫਿਰ ਦਿੱਲੀ ਜੋਤੀ ਜੋਤ ਸਮਾਉਣ ਵੇਲੇ ਬਚਨ ਕਹਿ ਦਿੱਤੇ ਸਨ ਕਿ ਹੁਣ ਗੁਰੂ ਜੋਤ ਕਿੱਥੇ ਹੈ? ਬਾਬਾ ਬਕਾਲੇ। ਸੋ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਗੁਰੂ ਜੋਤ ਪ੍ਰਵੇਸ਼ ਕੀਤੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਾਂ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਤੀ ਜੇ ਕਰੀ, ਇਤੀ ਹੁੰਦੀ ਹੱਦ, ਹੱਦ ਹੀ ਕਰ ਦਿੱਤੀ। ਬੰਦਗੀ ਕਰਦੇ ਨੇ ਤਾਂ ਇਤਨਾ ਏਕਾਂਤ ਵਾਸ ਵਿੱਚ ਹੋ ਕੇ ਇਤਨਾ ਲੰਬਾ ਸਮਾਂ ਬੰਦਗੀ ਕਰਦੇ ਨੇ। ਅਗਰ ਕਿਸੇ ਨੂੰ ਦੇਣ ਤੇ ਆਉਂਦੇ ਨੇ ਤਾਂ ਸਭ ਕੁਝ ਦੇਈ ਜਾਂਦੇ ਨੇ। ਹਰ ਤਰ੍ਹਾਂ ਹੀ ਜਿਹੜਾ ਹੱਦ ਹੀ ਕਰ ਦਿੱਤੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਤੋ ਸਤਿਗੁਰਾਂ ਦੇ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਸ਼ਮੀਰੀ ਬ੍ਰਾਹਮਣ ਪੰਡਿਤ ਲੋਕ ਇਕੱਠੇ ਹੋ ਕੇ ਆਏ ਸਨ। ਪੰਡਿਤ ਕਿਰਪਾ ਰਾਮ ਜੀ ਮੁਖੀ ਸਨ, ਨਾਲ ਹੋਰ 16 ਬ੍ਰਾਹਮਣ ਪੰਡਤਾਂ ਨੂੰ ਲੈ ਕੇ ਆਏ ਸਨ ਕਿ ਸਾਡੇ ਧਰਮ ਨੂੰ ਖਤਰਾ ਮਹਾਰਾਜ ਜੀ, ਸਾਡੇ ਤਿਲਕ ਨੂੰ, ਸਾਡੇ ਜੰਝੂ ਨੂੰ, ਸਾਡੇ ਕਰਮ ਨੂੰ, ਸਾਡੇ ਧਰਮ ਨੂੰ, ਸਾਡੀ ਟੋਪੀ ਨੂੰ, ਸਾਡੀ ਧੋਤੀ ਨੂੰ, ਸਾਡੀ ਬੋਧੀ ਨੂੰ ਖਤਰਾ ਮਹਾਰਾਜ ਜੀ। ਸਾਡੇ ਹਿੰਦੂ ਧਰਮ ਦੀ ਰੱਖਿਆ ਕੀਤੀ ਜਾਵੇ। ਕਾਰਨ ਕੀ ਸੀ? ਕੀ ਖਤਰਾ ਸੀ? ਔਰੰਗਜ਼ੇਬ ਦਾ ਰਾਜ ਸੀ। ਸੋ ਮੁਗਲਿਆ ਹਕੂਮਤ ਸੀਗੀ। ਔਰੰਗਜ਼ੇਬ ਨੇ ਇੱਕ ਪੱਕਾ ਇਰਾਦਾ ਕਰ ਲਿਆ ਸੀ ਕਿ ਮੈਂ ਕੋਈ ਹਿੰਦੂ ਰਹਿਣ ਹੀ ਨਹੀਂ ਦੇਣਾ, ਸਾਰੇ ਜਿਹੜੇ ਇਸਲਾਮ ਕਬੂਲ ਕਰਨ। ਸੋ ਜ਼ਬਰਦਸਤੀ ਲੋਕਾਂ ਨੂੰ ਜਿਹੜਾ ਹਿੰਦੂ ਬਣਾਇਆ ਜਾ ਰਿਹਾ ਸੀ। ਜਿਹੜੇ ਆਰਾਮ ਨਾਲ, ਕਈ ਆਰਾਮ ਨਾਲ ਹੀ ਮੰਨ ਗਏ ਡਰਦੇ, ਤੇ ਜਿਹੜੇ ਨਹੀਂ ਸਨ ਮੰਨ ਰਹੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਸੀ। ਜਾਂ ਉਹਨਾਂ ਦੀ ਇੰਨੀ ਕੀ ਦੁਰਦਸ਼ਾ ਕੀਤੀ ਹੋਈ ਸੀਗੀ ਕਿ ਇਹ ਜਿਹੜੇ ਨਵਾਬ ਲੋਕ ਸਨ, ਇਹ ਕਹਿੰਦੇ ਸਨ ਅਗਰ ਨਵਾਬ ਪਾਨ ਖਾਂਦਾ ਨਾ, ਉਹਨੇ ਥੁੱਕਣਾ ਆ, ਤਾਂ ਉਹ ਕਹਿੰਦੇ ਸੀ ਜਾਓ ਕਿਸੇ ਹਿੰਦੂ ਨੂੰ ਫੜ ਕੇ ਲੈ ਕੇ ਆਓ। ਮਤਲਬ ਇੰਨੀ ਇਨਸਲਟ ਕਰਦੇ ਸਨ ਉਹਨੂੰ। ਹਿੰਦੂ ਨੂੰ ਮਜਬੂਰਨ ਮੂੰਹ ਖੋਲ੍ਹਣਾ ਪੈਂਦਾ ਸੀ। ਉਹਦੇ ਮੂੰਹ ਵਿੱਚ ਫਿਰ ਇਹ ਥੁੱਕਦੇ ਸਨ ਵੀ ਇੰਨਾ ਇਹਨਾਂ ਦਾ ਜੀਵਨ ਜਿਹੜਾ ਬਦਤਰ ਕਰ ਦਿੱਤਾ ਜਾਵੇ। ਔਰ ਹਿੰਦੂ ਮੰਦਿਰ ਢਾਹ ਸੁੱਟੇ ਗਏ ਭਾਰਤ ਵਰਸ਼ ਦੇ ਵਿੱਚ। ਇੱਥੇ ਨਹੀਂ ਕਿ ਇਕੱਲੇ ਢਾਹ ਦਿੱਤੇ,
ਉਹਨਾਂ ਨੂੰ ਇਹ ਬ੍ਰਾਹਮਣਾਂ ਨੂੰ ਕਤਲ ਕਰਕੇ ਉਹਨਾਂ ਦੇ ਖੂਨ ਦੇ ਨਾਲ ਧੋਤੀਆਂ ਗਈਆਂ ਮੂਰਤੀਆਂ। ਕਹਿੰਦੇ ਦੇਖਦੇ ਜਿਹੜੇ ਪੱਥਰਾਂ ਨੂੰ ਪੂਜਦੇ ਹੋ ਤੁਹਾਡੀ ਕਿਵੇਂ ਰੱਖਿਆ ਕਰਦੇ ਨੇ। ਸੋ ਬਹੁਤ ਬੁਰਾ ਹਾਲ ਕੀਤਾ ਔਰ ਮੂਰਤੀਆਂ ਦੇ ਪਾਏਦਾਨ ਬਣਾ ਦਿੱਤੇ ਜਿਨ੍ਹਾਂ ਦੇ ਉੱਤੇ ਆਪਾਂ ਜੋੜੇ ਰੱਖਦੇ ਹਾਂ, ਪੈਰ ਰੱਖਦੇ ਹਾਂ। ਇੰਨੀ ਦੁਰਦਸ਼ਾ ਹਿੰਦੂ ਧਰਮ ਦੀ ਹੋ ਚੁੱਕੀ ਸੀ। ਸੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਔਰੰਗਜ਼ੇਬ ਰੋਜ਼ ਦਾ ਸਵਾ ਮਣ ਜਨੇਊ ਉਤਾਰ ਕੇ ਹੀ ਰਾਤ ਦਾ ਭੋਜਨ ਕਰਦਾ ਸੀ। ਮਤਲਬ ਇੰਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਜਿਹੜੇ ਸੰਤ ਲੋਕ ਸਨ, ਭਜਨ ਸਿਮਰਨ ਬੰਦਗੀ ਵਾਲੇ ਸਨ, ਉਹਨਾਂ ਨੂੰ ਕਿਸ਼ਤੀ ਦੇ ਵਿੱਚ ਬਿਠਾ ਕੇ ਜਮਨਾ ਦੇ ਵਿੱਚ ਡੁੱਬਿਆ ਜਾਂਦਾ ਸੀ। ਮਤਲਬ ਉਹ ਵੀ ਡਰ ਗਏ, ਭਜਨ ਬੰਦਗੀ ਵਾਲੇ ਵੀ ਡਰ ਚੁੱਕੇ ਸਨ। ਕਿਉਂਕਿ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਕਹੇ ਨੇ ਨਾ ਕਿ ਸਾਧ ਤੋਂ ਬਿਨਾਂ ਜਿਹੜਾ ਧਰਤੀ ਨੂੰ ਕੋਈ ਥੰਮ ਨਹੀਂ ਸਕਦਾ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਸੀ ਤਾਂ ਭਾਈ ਗੁਰਦਾਸ ਜੀ ਨੇ ਕਿਹਾ, ਥੰਮੇ ਕੋਇ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਇਆ। ਜਦੋਂ ਕਿ ਉਦੋਂ ਵੀ ਇੰਨੇ ਸਾਧ ਸਨ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਤੋਂ ਬਿਨਾਂ ਜੱਗ ਵਿੱਚ ਕੋਈ ਸਾਧ ਦਿਸਿਆ ਨਹੀਂ। ਇਹ 'ਚ ਵੱਡੇ ਕਾਰਨ ਨੇ। ਹੁਣ ਇਸ ਵਕਤ ਵੀ ਜਦੋਂ ਔਰੰਗਜ਼ੇਬ ਜ਼ਬਰਦਸਤੀ ਹਿੰਦੂ ਬਣਾ ਰਿਹਾ, ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ, ਬਥੇਰੇ ਸਾਧ ਨੇ ਬੰਦਗੀਆਂ ਕਰਨ ਵਾਲੇ, ਸੰਤਾਂ ਨੂੰ ਡੋਬ ਰਿਹਾ ਸੀ। ਲੇਕਿਨ ਉਸ ਲੈਵਲ ਦਾ ਸਾਧ ਨਹੀਂ ਸੀ ਜਿਹੜਾ ਇਹਨਾਂ ਦੀ ਰੱਖਿਆ ਕਰ ਪਾਵੇ। ਜਿਹਦਾ ਆਪਣਾ ਜੀਵਨ ਇਦਾਂ ਦਾ ਹੋਵੇ, ਭੈ ਕਾਹੂ ਕੋ ਦੇਤ ਨੇ ਨਹਿ ਪੈ ਮਨ ਤਾਨ, ਜਿਹੜਾ ਦੂਸਰਿਆਂ ਵਿੱਚ ਵੀ ਇਹ ਸ਼ਕਤੀ ਪਾ ਕੇ ਰੱਖ ਦੇਵੇ। ਤੋ ਇਹ ਅੱਜ ਵੀ ਇੱਥੇ ਬਚਨਪੁਰ ਸੰਤਾਂ ਨੂੰ ਡੁੱਬਿਆ ਜਾ ਰਿਹਾ ਸੀ। ਕਿਸੇ ਦੀ ਹਿੰਮਤ ਨਹੀਂ ਸੀ ਕਿ ਆ ਕੇ ਮੁਕਾਬਲਾ ਕਰ ਲਈਏ। ਹਿੰਦੂ ਕਹਿੰਦੇ ਖਾਂਦੇ ਉੱਚੀ ਜਾਤ ਤੇ ਆਪਣੇ ਆਪ ਨੂੰ, ਉਹ ਵੀ ਡਰੇ ਪਏ ਸਨ। ਸੋ ਇਹ ਪੰਡਿਤ ਕਿਰਪਾ ਰਾਮ ਜੀ 16 ਬ੍ਰਾਹਮਣਾਂ ਨੂੰ ਲੈ ਕੇ ਪਹਿਲਾਂ ਇਹ ਆਪਣੇ ਸਾਰੇ ਹੀ ਜਿਹੜੇ ਇਹਨਾਂ ਦੇ ਧਾਰਮਿਕ ਉੱਚੇ ਲੋਕ ਸਨ ਉਹਨਾਂ ਦੇ ਪਾਸ ਗਏ, ਪਰ ਸਾਰੇ ਡਰੇ ਪਏ ਸਨ। ਫਿਰ ਇਹਨਾਂ ਨੇ ਮਿਲ ਕੇ ਸਲਾਹ ਕੀਤੀ ਕਿ ਗੁਰੂ ਨਾਨਕ ਦਾ ਹੀ ਘਰ ਆ ਜਿਹੜੀ ਸਾਡੀ ਰੱਖਿਆ ਕਰ ਸਕਦਾ। ਕਿਉਂਕਿ ਇਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਭਾਰਤ ਵਰਸ਼ ਦਾ ਇਹੋ ਜਿਹਾ ਹਾਲ ਹੋ ਗਿਆ ਸੀਗਾ ਕਿ ਇਹ ਤਾਂ ਆਪਣਾ ਜਿਹੜਾ ਆ ਬੋਲੀ ਵੀ ਬੋਲਣੀ ਹਟ ਗਏ ਸਨ ਹਿੰਦੂ ਲੋਕ। ਸੋ ਮੁਸਲਮਾਨਾਂ ਦੀ ਬੋਲੀ ਬੋਲਣ ਲੱਗ ਗਏ ਸਨ। ਇਹਦਾ ਮਹਾਰਾਜ ਜੀ ਕਹਿੰਦੇ ਨੇ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਮਤਲਬ ਮਲੇਸ਼ਾਂ ਦੀ ਭਾਖਿਆ ਬੋਲਣ ਲੱਗ ਗਏ ਸੀ, ਆਪਣਾ ਧਰਮ ਛੱਡ ਦਿੱਤਾ ਸੀ, ਇੰਨੇ ਡਰਦੇ ਸਨ। ਆਪਣੀ ਬੋਲੀ ਵੀ ਛੱਡਣ ਲੱਗ ਗਏ। ਘਰ ਘਰ ਮੀਆਂ ਸਭਨਾ ਜੀਆ ਬੋਲੀ ਅਵਰ ਤੁਮਾਰੀ, ਮੀਆਂ ਮੀਆਂ ਕਰਨ ਲੱਗ ਗਏ। ਮਸਲ ਇਸਲਾਮੀ ਭਾਸ਼ਾ ਬੋਲਣ ਲੱਗ ਗਏ, ਆਪਣੀ ਭਾਸ਼ਾ ਤੋਂ ਹੀ ਪਰਾਂ ਹਟ ਗਏ, ਇੰਨਾ ਡਰ ਗਏ ਸਨ। ਕਿਉਂਕਿ ਔਰੰਗਜ਼ੇਬ ਦਾ ਹੁਕਮ ਸੀ ਕੋਈ ਮੰਤਰ ਪੂਜਾ ਨਹੀਂ ਕਰ ਸਕਦਾ, ਕੋਈ ਮੰਦਰਾਂ 'ਚ ਨਹੀਂ ਜਾ ਸਕਦਾ। ਹਰ ਤਰ੍ਹਾਂ ਇਹਨਾਂ ਨੂੰ ਦੁਖੀ ਕੀਤਾ ਜਾ ਰਿਹਾ ਸੀਗਾ। ਲੇਕਿਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਰੂਰਤ ਦੇਖੋ, ਜਿਹੜੀ ਬਾਣੀ ਉਚਾਰਨ ਕੀਤੀ, ਜਿਹੜੇ ਸ਼ਲੋਕ ਉਚਾਰਨ ਕੀਤੇ, ਉਹ ਭਾਰਤੀ ਸੰਸਕ੍ਰਿਤੀ ਭਾਸ਼ਾ ਵਿੱਚ ਕੀਤੇ, ਜਾਣ ਬੁੱਝ ਕੇ ਕੀਤੇ ਕਿ ਔਰੰਗਜ਼ੇਬ ਤਾਂ ਰੋਕ ਰਿਹਾ। ਔਰ ਰਾਗਾਂ ਦੇ ਵਿੱਚ ਬਾਣੀ ਲਿਖੀ, ਔਰੰਗਜ਼ੇਬ ਰਾਗਾਂ ਨੂੰ ਵੀ ਰੋਕ ਰਿਹਾ ਆ। ਸੋ ਇੱਕ ਜ਼ਰੂਰਤ ਆ ਸਤਿਗੁਰਾਂ ਦੀ। ਉਹਨਾਂ ਨੂੰ ਦੱਸ ਰਹੇ ਸਨ ਹਿੰਦੂਆਂ ਲੋਕਾਂ ਨੂੰ ਵੀ, ਭਾਈ ਤੁਸੀਂ ਕਿਉਂ ਡਰਦੇ ਹੋ। ਉਹਨਾਂ ਦੇ ਧਰਮਾਂ ਦਾ ਹਵਾਲਾ ਦੇ ਕੇ ਕਹਿੰਦੇ ਸਨ ਵੀ ਤੁਸੀਂ, ਤੁਹਾਡੇ ਧਰਮਾਂ ਦੇ ਵਿੱਚ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਗਨਕਾ ਜਿਹੜੀ ਪਾਪਣ ਆ ਉਹ ਤਰ ਗਈ ਪਰਮਾਤਮਾ ਦਾ ਨਾਮ ਲੈ ਕੇ, ਅਜਾਮਲ ਪਾਪੀ ਤਰ ਗਿਆ, ਗਜ ਹਾਥੀ ਜਿਹੜਾ ਉਹਨੇ ਪਰਮਾਤਮਾ ਨੂੰ ਆਰਾਧਿਆ, ਉਹਦੀ ਪਰਮਾਤਮਾ ਨੇ ਮਦਦ ਕਰ ਦਿੱਤੀ। ਭਾਈ ਤੁਸੀਂ ਕਿਉਂ ਨਹੀਂ ਪਰਮਾਤਮਾ ਦੀ ਆਰਾਧਨਾ ਕਰਦੇ, ਤੁਸੀਂ ਕਿਉਂ ਡਰਦੇ ਹੋ। ਸੋ ਮਹਾਰਾਜ ਨੇ ਬਾਣੀ ਹਿੰਦੀ ਭਾਸ਼ਾ ਵਿੱਚ ਉਚਾਰਨ ਕੀਤੀ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰਨ ਅਜਾਮਲ ਉਤਰਿਓ ਗਨਕਾ ਹੁੰਗਤ ਪਾਈ। ਤੋ ਜਿਹੜੀ ਭਾਰਤੀ ਭਾਸ਼ਾ ਉਦੋਂ ਸੰਸਕ੍ਰਿਤੀ ਦੀ ਭਾਸ਼ਾ ਉਹਦੇ ਵਿੱਚ ਬਾਣੀ ਉਚਾਰ ਕੇ ਲੋਕਾਂ ਨੂੰ ਸੁਚੇਤ ਕੀਤਾ ਵੀ ਤੁਸੀਂ ਡਰੋ ਨਾ, ਤੁਸੀਂ ਜਿਹੜਾ ਆ ਪਰਮਾਤਮਾ ਦੇ ਨਾਲ ਜੁੜੋ। ਪਰ ਇੰਨੀ ਉਹਦੀ ਦਹਿਸ਼ਤ ਤੋਂ ਡਰ ਗਏ ਸਨ। ਸੋ ਪੰਡਿਤ ਕਿਰਪਾ ਰਾਮ ਜੀ ਦਾ ਵੀ ਥੋੜ੍ਹਾ ਜਿਹਾ ਅਸੀਂ ਪਿਛੋਕੜ ਜਾਈਏ ਤਾਂ ਇਹਨਾਂ ਦੇ ਜਿਹੜੇ ਪੜਦਾਦੇ ਲੋਕ ਸਨ, ਪੰਡਿਤ ਬ੍ਰਹਮ ਦੱਤ ਜੀ ਕਸ਼ਮੀਰ ਦੇ ਸਨ। ਔਰ ਉਹ 108 ਉਹਨਾਂ ਦੇ ਨਾਮ ਨਾਲ ਲੱਗਦਾ ਸੀ। ਹੁਣ ਤਾਂ 108 ਆਮ ਸਾਰੇ ਲਗਾ ਲੈਂਦੇ ਨੇ ਨਾ। ਸੋ ਇਹਦੇ ਪਿੱਛੇ ਬੜੇ ਗਹਿਰੇ ਰਾਜ ਨੇ। 108 ਕਿਹਦੇ ਨਾਮ ਦੇ ਨਾਲ ਲਿਖਿਆ ਜਾ ਸਕਦਾ ਸੀ, ਜਿਹੜਾ ਇੰਡੀਅਨ ਕਲਚਰ ਰਿਹਾ ਭਾਰਤੀ ਸੰਸਕ੍ਰਿਤੀ ਦੇ ਵਿੱਚ, ਜਿਹਨੇ ਕਿ 108 ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ। ਉਹ ਕਿਹੜੇ ਨੇ 108 ਧਾਰਮਿਕ ਗ੍ਰੰਥ, ਜਿਹਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਇੱਕ ਗਾਇਤਰੀ ਮੰਤਰ ਤੋਂ 52 ਉਪਨਿਸ਼ਦਾਂ ਦਾ, ਜਿਹਨੇ ਇਹ ਟੋਟਲ 108 ਬਣ ਗਏ। ਜਿਹਨੇ ਇੰਨੇ ਗ੍ਰੰਥਾਂ ਦਾ ਅਧਿਐਨ ਕੀਤਾ ਹੋਵੇ, ਉਹਦੀ ਨੌਲੇਜ ਰੱਖਦਾ ਹੋਵੇ, ਉਹਨੂੰ 108 ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਸੋ ਇਹ ਬ੍ਰਹਮ ਦੱਤ ਨੇ 108 ਗ੍ਰੰਥਾਂ ਦਾ ਅਧਿਐਨ ਕੀਤਾ ਹੋਇਆ ਸੀ। ਬੜਾ ਇਹਦਾ ਸਤਿਕਾਰ ਸੀ ਉਸ ਵਕਤ। ਇਹ ਜਿਹੜੇ ਇਹਨਾਂ ਦੇ ਪੰਡਿਤ ਕਿਰਪਾ ਰਾਮ ਜੀ ਦੇ ਜਿਹੜੇ ਪੜਦਾਦੇ ਲੋਕ ਲੱਗੇ ਨੇ। ਸੋ ਇਹ ਮਟਨ ਦੇ ਵਿੱਚ ਰਹਿੰਦੇ ਸਨ, ਕਸ਼ਮੀਰ ਦੀ ਧਰਤੀ ਦੇ ਉੱਤੇ।
ਲੇਕਿਨ ਇਹਨਾਂ ਨੂੰ ਹੰਕਾਰ ਸੀ ਵੀ ਮੈਂ 108 ਆ, ਇੰਨੇ ਗ੍ਰੰਥਾਂ ਦਾ ਮੈਂ ਅਧਿਐਨ ਕੀਤਾ ਹੋਇਆ। ਬਾਹਰੀ ਨੌਲੇਜ ਸੀ ਲੇਕਿਨ ਜੀਵਨ ਗ੍ਰੰਥਾਂ ਰੂਪੀ ਨਹੀਂ ਸੀ, ਉਹਦਾ ਉਲਟਾ ਅਭਿਮਾਨ ਸੀ। ਔਰ ਕੀ ਕਰਦੇ ਸਨ, ਇਹ ਗੱਡੇ ਲੱਦ ਕੇ ਆਪਣੇ ਗ੍ਰੰਥਾਂ ਦੇ ਆਪਣੇ ਕੋਲ ਹਮੇਸ਼ਾ ਨਾਲ ਰੱਖਦੇ ਸਨ। ਬ੍ਰਹਮ ਚਰਚਾ ਕਰਿਆ ਕਰਦੇ ਸਨ ਦੂਸਰੇ ਵਿਦਵਾਨਾਂ ਦੇ ਨਾਲ, ਉਹਨਾਂ ਨੂੰ ਹਰਾ ਦਿੰਦੇ ਸਨ ਕਿਉਂਕਿ ਇਹਨਾਂ ਨੂੰ ਇਹਦੀ ਸਾਰੀ ਨੌਲੇਜ ਸੀਗੀ। ਸੋ ਇਵੇਂ ਹੋਰ ਹੰਕਾਰ ਵਧੀ ਜਾਂਦਾ ਸੀ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ ਨੇ ਨਾ ਇੱਥੇ ਕਸ਼ਮੀਰ ਦੀ ਧਰਤੀ ਦੇ ਉੱਤੇ, ਉੱਥੇ ਗੁਰੂ ਮਹਾਰਾਜ ਨੂੰ ਫਿਰ ਇਹ ਬ੍ਰਹਮਦੱਤ ਮਿਲਿਆ। ਸੋ ਮਹਾਰਾਜ ਨੇ ਦੇਖਿਆ ਵੀ ਇੰਨੇ ਗ੍ਰੰਥ ਲੱਦੀ ਚਰਚਾ, ਮਹਾਰਾਜ ਦੇ ਕੋਲ ਵੀ ਜਦੋਂ ਆਇਆ ਤਾਂ ਗੁਰੂ ਮਹਾਰਾਜ ਨੇ ਫਿਰ ਸਮਝਾਇਆ, ਭਾਈ ਇਹ ਗ੍ਰੰਥ ਇਕੱਠੇ ਕਰਨ ਨਾਲ ਕੋਈ ਤੁਹਾਡੀ ਅੰਦਰਲੀ ਅਵਸਥਾ ਨਹੀਂ ਫਰਕ ਪੈਣੀ, ਤੁਹਾਨੂੰ ਨੌਲੇਜ ਤਾਂ ਬਾਹਰਲੀ ਹੋ ਸਕਦੀ ਆ। ਮਹਾਰਾਜ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ, ਹਰ ਹਉਮੈ ਝਖਣਾ ਝਾਕ। ਮਹਾਰਾਜ ਕਹਿੰਦੇ ਇੱਕੋ ਹੀ ਲੇਖੇ ਗੱਲ ਆਣੀ, ਪਰਮਾਤਮਾ ਦੀ ਬੰਦਗੀ, ਉਹਦੀ ਆਰਾਧਨਾ, ਉਹਦੇ ਅੱਗੇ ਸਮਰਪਿਤ ਹੋਣਾ ਔਰ ਨਿਮਰਤਾ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਚੱਲਣਾ। ਸੋ ਆਪਾਂ ਤਾਂ ਜ਼ਿਆਦਾ ਪੜ੍ਹਨ ਕੇ ਤਾਂ ਅਗਰ ਹੰਕਾਰ 'ਚ ਕਰ ਰਹੇ ਹਾਂ ਤਾਂ ਇਹ ਹਉਮੈ ਹਉਮੈ ਆ, ਇਹ ਹੰਕਾਰ ਆ, ਇਹ ਝਖਣਾ ਝਾਕ ਆ, ਇਹ ਖੁਆਰੀ ਕਰੇਗਾ। ਸੋ ਇੱਕੋ ਹੀ ਗੱਲ ਆ ਜਿਹੜੀ ਪਰਮਾਤਮਾ ਨਾਲ ਆਰਾਧਨਾ ਔਰ ਸਾਰਿਆਂ ਦੇ ਨਾਲ ਹੀ ਪ੍ਰੇਮ ਕਰਨਾ, ਪਰਮਾਤਮਾ ਦੇ ਗੁਣ ਗਾਣੇ, ਸੋ ਜੋ ਰੱਬੀ ਅਸੂਲ ਨੇ ਉਹਦੇ ਵਿੱਚ ਚੱਲਣਾ। ਸੋ ਉਹ ਬਹੁਤ ਜ਼ਿਆਦਾ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸ਼ਰਧਾਲੂ ਬਣ ਗਿਆ ਸੀ ਪੰਡਤ ਜਿਹੜਾ ਬ੍ਰਹਮਦੱਤ ਸੀ, ਕਿਉਂਕਿ ਮਹਾਰਾਜ ਨੇ ਉਹਨੂੰ ਫਿਰ ਸੱਚ ਦਾ ਉਪਦੇਸ਼ ਵੀ ਦਿੱਤਾ, ਅੰਦਰ ਰੂਹਾਨੀਅਤ ਦੇ ਭਾਗ ਵੀ ਲਾਏ। ਫਿਰ ਇਹਨਾਂ ਦਾ ਸਾਰਾ ਹੀ ਪਰਿਵਾਰ ਖਾਨਦਾਨ ਇਹ ਇੱਕ ਕਿਸਮ ਦੇ ਨਾਲ ਗੁਰੂ ਨਾਨਕ ਦੇ ਘਰ ਦੇ ਨਾਲ ਬੜੀ ਆਸਥਾ ਰੱਖਦੇ ਸਨ। ਬੇਸ਼ੱਕ ਆਪਣੇ ਧਰਮ ਨੂੰ ਫੋਲੋ ਕਰ ਰਹੇ ਸਨ ਇਹ ਪੰਡਤ ਕਿਰਪਾ ਰਾਮ ਜੀ, ਜਨੇਊ ਪਹਿਨ ਕੇ ਜੇ ਵੀ, ਪਰ ਅੰਦਰੋਂ ਇੱਕ ਆਸਥਾ ਰੱਖਦੇ ਸਨ ਕਿ ਸਾਡੇ ਵੱਡੇ ਵਡੇਰਿਆਂ ਨੂੰ ਐਨਲਾਈਟਨ ਕੀਤਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਸੋ ਇਹ ਫਿਰ ਆਪਣੇ 16 ਬ੍ਰਾਹਮਣਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰਨ ਵਿੱਚ ਆਏ। ਆ ਕੇ ਜਿਹੜੀ ਬੇਨਤੀ ਕੀਤੀ ਕਿ ਮਹਾਰਾਜ ਜੀ ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ। ਸੋ ਦਤ ਬ੍ਰਾਹਮਣ ਮਟਨ ਗ੍ਰਾਮ ਦਾ ਜਿਹੜਾ ਹੱਥ ਜੋੜ ਕੇ ਆ ਕੇ ਕਿਰਪਾ ਕਰ ਦਿੱਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਕਿਰਪਾ ਰਾਮ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਾਥ ਜੋਰ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰੂ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨਾ ਕਾਈ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਡੇ 'ਚ ਹੁਣ ਕੋਈ ਬਲ ਸ਼ਕਤੀ ਨਹੀਂ ਰਹਿ ਗਈ, ਸਾਡਾ ਇੰਨਾ ਬੁਰਾ ਹਾਲ ਕਰ ਦਿੱਤਾ। ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰੂ ਨਾਨਕ ਹੋ ਅਵਤਾਰੇ। ਕਹਿੰਦੇ ਤੁਸੀਂ ਗੁਰੂ ਨਾਨਕ ਦਾ ਅਵਤਾਰ ਹੋ, ਔਰ ਗੁਰੂ ਨਾਨਕ ਦਾ ਅਵਤਾਰ ਉਹ ਹੈ ਜਿਹਨੇ ਗੱਜ ਦੇ ਬੰਧਨ ਕੱਟੇ ਸੀਗੇ, ਜਿਹਨੇ ਹਾਥੀ ਦੀ ਵੀ, ਇੱਕ ਪਸ਼ੂ ਦੀ ਵੀ ਰੱਖਿਆ ਕੀਤੀ ਸੀ, ਕਿਉਂਕਿ ਗ੍ਰੰਥਾਂ ਵਿੱਚ ਆਉਂਦਾ ਕਿ ਹਾਥੀ ਨੇ ਬੇਨਤੀ ਕੀਤੀ ਪਰਮਾਤਮਾ ਅੱਗੇ, ਪਰਮਾਤਮਾ ਨੇ ਹਾਥੀ ਦੀ ਫਿਰ ਰੱਖਿਆ ਕੀਤੀ। ਤਾਂ ਇੱਥੇ ਉਹ ਕਹਿ ਰਹੇ ਨੇ ਕਿ ਉਹ ਗੁਰੂ ਨਾਨਕ ਦੇਵ ਜੀ ਜਿਹੜੇ ਪਰਮਾਤਮਾ ਦਾ ਅਵਤਾਰ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਤੁਸੀਂ ਅੱਗੇ ਗੁਰੂ ਨਾਨਕ ਦੇ ਅਵਤਾਰ ਹੋ, ਤਾਂ ਸਾਡੀ ਤੁਸੀਂ ਰੱਖਿਆ ਕਰੋ। ਜਿਵੇਂ ਦ੍ਰੋਪਦੀ ਦੀ ਰੱਖਿਆ ਕੀਤੀ ਸੀ, ਜਿਵੇਂ ਤੁਸੀਂ ਸੁਦਾਮਾ ਜੀ ਦੀ ਰੱਖਿਆ ਕੀਤੀ ਸੀ, ਸੋ ਅੱਜ ਸਾਨੂੰ ਵੀ ਆਪਣੀ ਦ੍ਰੋਪਦੀ ਸਾਂਭ ਲਓ, ਸਾਨੂੰ ਨਗਨ ਕੀਤਾ ਜਾ ਰਿਹਾ, ਸਾਡੀ ਲੱਜਿਆ ਰੱਖੋ, ਸਾਡੇ ਪਰਦੇ ਟੱਕੋ। ਤੁਸੀਂ ਸੁਦਾਮਾ ਦੀ ਵੀ ਰੱਖੀ ਲਾਜ, ਸਾਡੀ ਵੀ ਲਾਜ ਰੱਖੋ। ਇਵੇਂ ਆ ਕੇ ਬੇਨਤੀਆਂ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ। ਸੋ ਮਹਾਰਾਜ ਜੀ ਗੰਭੀਰ ਬੈਠੇ ਨੇ। ਉਧਰੋਂ 9 ਸਾਲ ਦੇ ਬਾਲਕ ਗੁਰੂ ਗੋਬਿੰਦ ਰਾਏ ਜੀ ਮਹਾਰਾਜ ਜੀ ਆਉਂਦੇ ਨੇ। ਉਹ ਦੇਖਦੇ ਨੇ ਕਿ ਸਤਿਗੁਰਾਂ ਦੇ ਪਾਸ ਪੰਡਤ ਬ੍ਰਾਹਮਣ ਆਏ ਨੇ ਔਰ ਸਤਿਗੁਰ ਜੀ ਬੜੇ ਗੰਭੀਰ ਨੇ। ਪੁੱਛਦੇ ਨੇ ਕਿ ਪਿਤਾ ਸਤਿਗੁਰ ਜੀ ਤੁਸੀਂ ਗੰਭੀਰ ਕਿਉਂ ਹੋ? ਸਤਿਗੁਰ ਜੀ ਦੱਸਦੇ ਨੇ ਸਾਰੀ ਇਹਨਾਂ ਪੰਡਤਾਂ ਦੀ ਸਮੱਸਿਆ, ਵੀ ਹਿੰਦੂ ਧਰਮ ਨੂੰ ਜਿਹੜਾ ਖਤਰਾ, ਹਿਊਮਨ ਰਾਈਟਸ ਦਾ ਜਿਹੜਾ ਘਾਣ ਹੋ ਰਿਹਾ ਆ, ਇਵੇਂ ਔਰੰਗਜ਼ੇਬ ਤੰਗ ਕਰ ਰਿਹਾ। ਔਰ ਦੱਸਿਆ ਕਿ ਇਹਨਾਂ ਦੀ ਧਰਮ ਦੀ ਰੱਖਿਆ ਤਦ ਹੀ ਹੋ ਸਕਦੀ ਹੈ ਅਗਰ ਕੋਈ ਮਹਾਂਪੁਰਖ, ਮਹਾਬਲੀ, ਉਹ ਅਗਰ ਆਪਣੀ ਕੁਰਬਾਨੀ ਦੇ ਦੇਵੇ, ਸ਼ਹਾਦਤ ਦੇ ਦੇਵੇ, ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਤੇ 9 ਸਾਲ ਦੇ ਬਾਲਕ ਗੋਬਿੰਦ ਰਾਏ ਜੀ ਕਹਿ ਰਹੇ ਨੇ ਕਿ ਪਿਤਾ ਸਤਿਗੁਰ ਜੀ, ਤੁਹਾਡੇ ਤੋਂ ਵੱਧ ਕੇ ਮਹਾਂਪੁਰਖ ਮਹਾਬਲੀ ਕੌਣ ਹੋ ਸਕਦਾ? ਸੋ ਇਹ ਸੰਗਤ ਜੀ, ਇਹ ਬਹੁਤ ਵੱਡੀ ਗੱਲ ਹੈ ਕਿ 9 ਸਾਲ ਦਾ ਬਾਲਕ ਆਪਣੇ ਪਿਤਾ ਨੂੰ ਕੁਰਬਾਨ ਕਰਨ ਦੇ ਲਈ, ਸ਼ਹਾਦਤ ਦੇਣ ਦੇ ਲਈ ਇੱਕ ਹਾਮੀ ਭਰ ਦੇਵੇ, ਕਿ ਤਿਆਰੀ ਕਰ ਦੇਵੇ ਕਿ ਪਿਤਾ ਜੀ ਤੁਸੀਂ, ਤੁਹਾਡੇ ਤੋਂ ਵੱਧ ਕੇ ਮਹਾਬਲੀ ਮਹਾਯੋਧਾ ਕੌਣ ਹੋ ਸਕਦਾ, ਮਹਾਂਪੁਰਖ ਕੌਣ ਹੋ ਸਕਦਾ, ਤੁਸੀਂ ਆਪਣੀ ਕੁਰਬਾਨੀ ਦਿਓ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਪਹਿਲੇ ਹੀ ਤਿਆਰ ਸਨ, ਪਰ ਦੇਖ ਲਿਆ ਕਿ ਇਹ ਗੁਰੂ ਨਾਨਕ ਦੀ ਗੱਦੀ ਦਾ ਜੋ ਵਾਰਸ ਹੈ, ਇਹ ਤਿਆਰ ਹੈ ਹੁਣ ਗੁਰੂ ਨਾਨਕ ਦੀ ਜੋਤ। ਫਿਰ ਉੱਥੇ ਮਹਾਰਾਜ ਜੀ ਨੇ ਜਿਹੜੀ
ਤਿਆਰੀ ਕਰ ਲਈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਵੀ ਜਾ ਕੇ ਕਹਿ ਦਿਓ ਵੀ ਅਗਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਉਹ ਇਸਲਾਮ ਧਰਮ ਕਬੂਲ ਕਰ ਲੈਂਦੇ ਨੇ, ਫਿਰ ਅਸੀਂ ਜਿੰਨੇ ਵੀ ਹਿੰਦੂ ਹਾਂ ਅਸੀਂ ਸਾਰੇ ਇਸਲਾਮ ਧਰਮ ਮਨਜ਼ੂਰ ਕਰ ਲਵਾਂਗੇ। ਸੁਨੇਹੇ ਪਹੁੰਚ ਗਏ ਸਰਕਾਰਾਂ ਤੱਕ। ਤਾਂ ਉੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਆ ਗਏ ਨੇ। ਔਰੰਗਜ਼ੇਬ ਜਿਹੜਾ ਉਹ ਰਾਜ ਕਰ ਰਿਹਾ ਆ, ਉਹ ਤਾਂ ਵੈਸੇ ਹੀ ਇੰਨਾ ਜ਼ਾਲਮ ਆ। ਉਹਨੇ ਤਾਂ ਇਹੋ ਜਿਹਾ ਜ਼ਾਲਮ ਆ, ਆਪਣੇ ਪਿਓ ਨੂੰ ਕੈਦ ਕਰ ਲਿਆ, ਆਪਣੇ ਭਰਾ ਨੂੰ ਜ਼ਹਿਰ ਤੱਕ ਦਿੱਤੀ, 2 ਭਰਾਵਾਂ ਨੂੰ ਉਹਨੇ ਮਰਵਾ ਹੀ ਦਿੱਤਾ, ਇੱਕ ਭਰਾ ਨੂੰ ਕੈਦ ਕਰ ਲਿਆ, ਆਪਣੀ ਭੈਣ ਨੂੰ ਕੈਦ ਕਰ ਲਿਆ, ਆਪਣੀ ਧੀ ਜੇਬੁਲ ਨਿਸਾਂ ਉਹਨੂੰ ਕੈਦ ਕਰ ਲਿਆ। ਉਹਦਾ ਕਸੂਰ ਕੀ ਸੀ? ਧੀ ਕਿਸੇ ਦਾ ਵੀ ਇਹਨਾਂ 'ਚੋਂ ਕੋਈ ਕਸੂਰ ਨਹੀਂ ਸੀ। ਧੀ ਦਾ ਕੀ ਕਸੂਰ ਸੀਗਾ ਜੇਬੁਲ ਨਿਸਾਂ ਦਾ? ਉਹ ਥੋੜ੍ਹੀ ਰੂਹਾਨੀਅਤ ਰੂਹ ਦੀ ਮਾਲਕ ਸੀ, ਤਾਂ ਸ਼ਾਇਰੀ ਕਰ ਲੈਂਦੀ ਸੀ। ਇਹਨੇ ਔਰੰਗਜ਼ੇਬ ਨੇ ਸੰਗੀਤ, ਸ਼ਾਇਰੀ ਇਹ ਸਾਰਾ ਕੁਛ ਮਨਾ ਕੀਤਾ ਹੋਇਆ ਸੀਗਾ। ਤਾਂ ਇੱਕ ਦਿਨ ਉਹ ਬਾਗ ਦੇ ਵਿੱਚ ਟਹਿਲ ਰਹੀ ਹੈ, ਤਾਂ ਉੱਥੇ ਕੋਇਲ ਜਿਹੜੀ ਕੂਹੂ ਕੂਹੂ ਮਿੱਠੀ ਮਿੱਠੀ ਸੁਰੀਲੀ ਆਵਾਜ਼ ਕੱਢ ਰਹੀ ਹੈ। ਤੇ ਜੇਬਲ ਨਿਸਾਂ ਕੋਇਲ ਨੂੰ ਕਹਿੰਦੀ ਹੈ, ਕੋਇਲ ਤੂੰ ਕਿਉਂ ਗੀਤ ਗਾ ਰਹੀ ਹੈ? ਤੂੰ ਕਿਉਂ ਰਾਗ ਲਾਪ ਰਹੀ ਹੈ? ਤੈਨੂੰ ਪਤਾ ਨਹੀਂ ਹੈ ਬਾਦਸ਼ਾਹ ਦਾ ਹੁਕਮ ਆ ਕਿ ਰਾਗ ਜਿਹੜਾ ਗਾਇਆ ਨਹੀਂ ਜਾ ਸਕਦਾ। ਸੋ ਇੰਨੀ ਗੱਲ ਦਾ ਔਰੰਗਜ਼ੇਬ ਨੂੰ ਇੰਨਾ ਗੁੱਸਾ ਆ ਗਿਆ ਕਿ ਆਪਣੀ ਧੀ ਜਿਹੜੀ ਆ ਉਹ ਜੇਲ੍ਹ ਵਿੱਚ ਕੈਦ ਕਰ ਦਿੱਤੀ। ਇੰਨਾ ਜ਼ਿਆਦਾ ਇਹ ਜਿਹੜਾ ਸਖਤ ਸੁਭਾਅ ਵਾਲਾ ਸੀਗਾ, ਅੜੀਅਲ ਰੂਹ ਸੀਗੀ, ਜਿਹਦੇ 'ਚ ਕੋਮਲਤਾ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀਗੀ। ਸੋ ਇਹ ਹੁਣ ਇਹਨੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਗਰੰਟੀ ਜਿਹੜਾ ਗ੍ਰਿਫਤਾਰੀ ਦਾ ਵੀ ਵਾਰੰਟ ਦੇ ਦਿੱਤਾ, ਔਰ ਨਾਲ ਇਹਨਾਂ ਨੇ 3 ਜੁਗਤਾਂ ਰੱਖੀਆਂ ਹੋਈਆਂ ਸੀਗੀਆਂ ਕਿ ਆਹ 3 ਸ਼ਰਤਾਂ ਨੇ ਵੀ ਜਾਂ ਤਾਂ ਇਸਲਾਮ ਕਬੂਲ ਕਰ ਲੈਣ, ਫਿਰ ਤਾਂ ਸਾਰੇ ਹੀ ਹਿੰਦੂ ਬਦਲ ਜਾਣਗੇ, ਫਿਰ ਤਾਂ ਕੋਈ ਗੱਲ ਹੀ ਕੋਈ ਨਹੀਂ ਆ। ਤੇ ਜਾਂ ਫਿਰ ਦੂਸਰਾ ਨਹੀਂ ਕਰਨਾ ਤਾਂ ਕਰਾਮਾਤ ਦਿਖਾਓ। ਕਰਾਮਾਤ ਵੀ ਨਹੀਂ ਦਿਖਾਣੀ, ਇਸਲਾਮ ਵੀ ਨਹੀਂ ਕਬੂਲ ਕਰਨਾ, ਤਾਂ ਫਿਰ ਜਿਹੜਾ ਸ਼ਹੀਦੀ ਹੋਵੇਗੀ। ਮਤਲਬ 3 ਕੱਕੇ, ਜਾਂ ਕੁਰਾਨ ਨੂੰ ਮੰਨ ਲਓ, ਜਾਂ ਫਿਰ ਕਰਾਮਾਤ ਦਿਖਾ ਦਿਓ, ਜਾਂ ਫਿਰ ਆਪਣਾ ਕਤਲ ਕਰਵਾ ਲਓ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸਿੱਖਾਂ ਦੇ ਨਾਲ ਖੁਦ ਚਾਲੇ ਪਾਉਂਦੇ ਨੇ। ਮਹਾਰਾਜ ਜੀ ਰਸਤੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦਿਆਂ ਕਰਦਿਆਂ ਬਾਣੀ ਦਾ ਸਾਰਿਆਂ ਨੂੰ ਉਪਦੇਸ਼ ਜੋ ਸਾਨੂੰ ਵੀ ਮਹਾਰਾਜ ਦੇ ਰਹੇ ਨੇ ਵੀ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ। ਅਸੀਂ ਸਾਰੇ ਵੀ ਇਵੇਂ ਕਰ ਰਹੇ ਹਾਂ, ਗੋਬਿੰਦ ਦੇ ਗੁਣ ਨਹੀਂ ਗਾ ਰਹੇ। ਇਹ ਸਾਡੇ ਲਈ ਵੀ ਉਪਦੇਸ਼ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ, ਕਹੋ ਨਾਨਕ ਭਜ ਹਰਮਨਾ ਜਿਹ ਬਿਦ ਜਲ ਕੋ ਮੀਨ। ਕਹਿੰਦੇ ਇੱਦਾਂ ਜਪੋ ਜਿਵੇਂ ਮਛਲੀ ਜਿਹੜੀ ਆ ਪਾਣੀ ਦੇ ਨਾਲ ਇੰਨਾ ਪ੍ਰੇਮ ਕਰਦੀ ਹੈ, ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਇਵੇਂ ਹੀ ਤੁਸੀਂ ਵੀ ਪਰਮਾਤਮਾ ਨਾਲ ਇੰਨਾ ਪ੍ਰੇਮ ਕਰੋ, ਇੰਨੇ ਗੁਣ ਗਾਓ ਕਿ ਉਸ ਤੋਂ ਬਿਨਾਂ ਰਹਿ ਹੀ ਨਾ ਪਾਓ। ਸੋ ਇਲਾਹੀ ਉਪਦੇਸ਼ ਦਿੰਦਿਆਂ ਦਿੰਦਿਆਂ ਮਹਾਰਾਜ ਜੀ ਆਗਰੇ ਤੋਂ ਫਿਰ ਸਤਿਗੁਰਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ। ਨਾਲ ਮਹਾਰਾਜ ਦੇ ਸਿੱਖ ਨੇ ਦਿੱਲੀ ਉੱਥੇ ਪਹੁੰਚਦੇ ਨੇ, ਦਿੱਲੀ ਪਹੁੰਚਦੇ ਨੇ। ਉਹੀ 3 ਸ਼ਰਤਾਂ ਜਿਹੜੀਆਂ ਰੱਖੀਆਂ ਜਾਂਦੀਆਂ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਜਾਂਦਾ ਵੀ ਜਾਂ ਤੁਸੀਂ ਇਸਲਾਮ ਕਬੂਲ ਕਰ ਲਓ, ਜਾਂ ਤੁਸੀਂ ਕਰਾਮਾਤ ਦਿਖਾਓ। ਮਹਾਰਾਜ ਜੀ ਕਹਿੰਦੇ ਨਹੀਂ, ਅਸੀਂ ਇਸਲਾਮ ਕਬੂਲ ਬਿਲਕੁਲ ਨਹੀਂ ਕਰਨਾ, ਕਿਉਂਕਿ ਸ਼ਰਤ ਸੀ ਜੇ ਅਸੀਂ ਕਰ ਲਿਆ ਤਾਂ ਸਾਰੇ ਹਿੰਦੂਆਂ ਦਾ। ਮਹਾਰਾਜ ਕਹਿੰਦੇ ਅਸੀਂ ਕਿਸੇ ਦਾ ਧਰਮ ਨਹੀਂ ਬਦਲਣ ਦੇਣਾ ਜ਼ਬਰਦਸਤੀ। ਆਪਣੀ ਇੱਛਾ ਨਾਲ, ਖੁਸ਼ੀ ਨਾਲ ਕੋਈ ਵੀ ਧਰਮ ਵਿੱਚ ਰਹਿ ਲਵੇ, ਉਹਦੀ ਆਪਣੀ ਇੱਛਾ, ਪਰ ਜ਼ਬਰਦਸਤੀ ਅਸੀਂ ਆਪਣਾ ਵੀ ਨਹੀਂ ਬਦਲਣਾ, ਕਿਸੇ ਨੂੰ ਵੀ ਨਹੀਂ ਬਦਲਣ ਦੇਣਾ। ਔਰ ਕਰਾਮਾਤ ਮਹਾਰਾਜ ਕਹਿੰਦੇ ਇਹ ਤਾਂ ਪਰਮਾਤਮਾ ਦੀ ਦੇਣ ਆ, ਪਰ ਸਿਰਫ ਆਪਣੀ ਸ਼ੋਹਰਤ ਦਿਖਾਉਣ ਦੇ ਲਈ ਜਾਂ ਆਪਣੀ ਜਾਨ ਬਚਾਉਣ ਲਈ ਕਰਾਮਾਤ ਦਿਖਾਣੀ, ਇਹ ਵੀ ਨਹੀਂ ਅਸੀਂ ਕਰਨਾ। ਤੀਸਰਾ ਫਿਰ ਉਹਨਾਂ ਨੇ ਕਿਹਾ ਫਿਰ ਤੁਹਾਨੂੰ ਕਤਲ ਕੀਤਾ ਜਾਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਨੇ ਔਰ ਬੜੇ ਪਹਿਲਾਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਇਹ ਇੰਨੀ ਇੱਕ ਡਰਾਉਣੀ ਜਿਹੀ ਹਵੇਲੀ ਦੇ ਵਿੱਚ ਰੱਖਿਆ ਜਾਂਦਾ, ਜਿੱਥੇ ਇਹਨਾਂ ਦੀ ਮਾਨਤਾ ਸੀ ਕਿ ਉੱਥੇ ਸ਼ੈਤਾਨ ਰੂਹਾਂ ਰਹਿੰਦੀਆਂ ਨੇ, ਪ੍ਰੇਤ ਰੂਹਾਂ ਰਹਿੰਦੀਆਂ ਨੇ। ਤਾਂ ਉਹ ਫਿਰ ਇਹ ਦੇਖਦੇ ਨੇ, ਓਬਜ਼ਰਵ ਕਰ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਡਰਦੇ ਨੇ। ਸੋ ਇਹਨਾਂ ਦੇ ਖੁਫੀਆ ਵਿਭਾਗ ਰਿਪੋਰਟ ਦਿੰਦਾ ਵੀ ਉਹ ਤਾਂ ਉਸ ਖੁਫੀਆ ਹਵੇਲੀ ਦੇ ਵਿੱਚ, ਡਰਾਉਣੀ ਹਵੇਲੀ ਦੇ ਵਿੱਚ ਇਵੇਂ ਟਹਿਲ ਰਹੇ ਨੇ ਜਿਵੇਂ ਕਿਸੇ ਸੁੰਦਰ ਬਹਿਸ਼ਤ ਦੇ ਬਾਗ ਦੇ ਵਿੱਚ ਫੁੱਲਾਂ ਦੀ ਮਹਿਕ ਲੈ ਰਹੇ ਹੋਣ। ਤੇ ਸਤਿਗੁਰੂ ਅਚਲ ਅਡੋਲ ਅਵਸਥਾ ਦੇ ਮਾਲਕ ਨੇ, ਬਾਹਰਲੇ ਹਾਲਾਤ ਸਤਿਗੁਰਾਂ ਨੂੰ ਕਿੱਥੇ ਡੁਲਾ ਸਕਦੇ ਨੇ। ਤਾਂ ਫਿਰ ਇਹਨਾਂ ਨੇ ਦੇਖਿਆ ਜਦੋਂ ਸਤਿਗੁਰੂ ਡੋਲੇ ਹੀ ਨਹੀਂ, ਫਿਰ ਇਹਨਾਂ ਨੇ ਇੱਕ ਪਿੰਜਰੇ ਦੇ ਵਿੱਚ ਕੈਦ ਕੀਤਾ। ਉਹਦੀਆਂ ਇੰਨੀਆਂ ਤਿੱਖੀਆਂ ਸਲਾਖਾਂ ਕਿ ਨਾ ਸਤਿਗੁਰੂ ਜੀ ਬਹਿ ਸਕਦੇ ਨੇ, ਨਾ ਸੌ ਸਕਦੇ ਨੇ। ਮਾੜਾ ਜਿਹਾ ਇੱਧਰ ਉੱਧਰ ਡੋਲਦੇ ਨੇ, ਉਹ ਸਲਾਖਾਂ ਜਿਹੜੀਆਂ ਚੁੱਭਦੀਆਂ ਨੇ। ਮਹਾਰਾਜ ਜੀ ਫਿਰ ਵੀ ਨਹੀਂ ਡੋਲੇ। ਫਿਰ ਇਹਨਾਂ ਨੇ ਕਿਹਾ ਵੀ ਇਵੇਂ ਵੀ ਨਹੀਂ ਡੋਲ ਰਿਹਾ ਤਾਂ ਫਿਰ ਕੀ ਕਰੋ ਵੀ ਇਹਨਾਂ ਦੇ ਜਿਹੜੇ ਗੁਰਸਿੱਖ ਪਿਆਰੇ ਨਾਲ ਆਏ ਨੇ ਨਾ, ਇਹਨਾਂ ਨੂੰ ਸ਼ਹੀਦੀਆਂ ਦਿਓ, ਇਹਨਾਂ ਨੂੰ ਟੌਰਚਰ ਕਰੋ ਤਾਂ ਕਿ ਇਹ ਡਰ ਜਾਣ। ਸੋ ਕੰਡੀਸ਼ਨ ਤਾਂ ਇਹੀ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜਾ ਇਸਲਾਮ ਕਬੂਲ ਕਰ ਲੈਣ ਤਾਂ ਸਾਰੇ ਜਿਹੜੇ ਹਿੰਦੂ ਵੀ ਜਿਹੜੇ ਉਹ ਮੁਸਲਮਾਨ ਬਣ ਜਾਣਗੇ।
ਸੋ ਸਿੱਖਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ। 3 ਸਤਿਗੁਰੂ ਜੀ ਦੇ ਪਿਆਰੇ ਸਾਡੇ ਬੜੇ ਸਤਿਕਾਰਯੋਗ ਗੁਰਸਿੱਖਾਂ ਨੇ ਜਿਹੜੀਆਂ ਸ਼ਹੀਦੀਆਂ ਪਾਈਆਂ। ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਜਿਹੜੇ ਸਤੀ ਦਾਸ ਜੀ ਔਰ ਭਾਈ ਦਿਆਲਾ ਜੀ। ਇਹ ਗੁਰਸਿੱਖਾਂ 'ਚ ਹੀ ਇੰਨੀਆਂ ਸ਼ਕਤੀਆਂ ਆ। ਸਤਿਗੁਰਾਂ ਨੇ ਕਰਾਮਾਤਾਂ ਦੀ ਤਾਂ ਗੱਲ ਹੀ ਛੱਡੋ ਨਾ, ਸਤਿਗੁਰ ਤਾਂ ਦੀਨ ਦੁਨੀਆ ਦੇ ਮਾਲਿਕ ਨੇ। ਸਤਿਗੁਰ ਦੇ ਗੁਰਸਿੱਖਾਂ ਵਿੱਚ ਇਤਨੀਆਂ ਕਰਾਮਾਤਾਂ ਨੇ। ਸੋ ਭਾਈ ਮਤੀ ਦਾਸ ਜੀ ਨੇ ਉਹਨੂੰ ਕਿਹਾ ਸੀ, ਜਦੋਂ ਉਹ ਆਰਾ ਚਲਾਉਣ ਲੱਗਾ ਸੀ, ਕਿਹਾ ਸੀ, ਗੁਰੂ ਆਗਿਆ ਨਹੀਂ ਦੇਤ ਹੈ, ਨਹੀਂ ਤਾਂ ਦਿਓ ਦਿਖਾਏ, ਦਿੱਲੀ ਅਤੇ ਲਾਹੌਰ ਦੀ ਤਾਲੀ ਦਿਓ ਵਜਾਓ। ਕਹਿੰਦੇ ਇੰਨੀਆਂ ਸ਼ਕਤੀਆਂ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦਿੱਤੀਆਂ ਆ, ਦਿੱਲੀ ਤੇ ਲਾਹੌਰ ਨੂੰ ਮੈਂ ਤਾਂ ਤਾਲੀ ਵਜਾ ਕੇ ਭਸਮ ਕਰਕੇ ਰੱਖ ਦੇਵਾਂ। ਤੁਸੀਂ ਸਾਡੇ ਤੇ ਕੀ ਜ਼ੁਲਮ ਕਰਨਾ, ਪਰ ਮੇਰਾ ਗੁਰੂ ਜਿਹੜਾ ਆ ਉਹ ਕਰਾਮਾਤ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ। ਗੁਰੂ ਕਹਿੰਦਾ ਹੈ ਕਿ ਕਰਾਮਾਤ ਨਹੀਂ ਦਿਖਾਣੀ, ਇਸ ਕਰਕੇ ਉਹ ਸ਼ਕਤੀਆਂ ਹੁੰਦੀਆਂ ਵੀ ਨਹੀਂ ਉਹ ਅਸੀਂ ਦਿਖਾ ਰਹੇ। ਪਰ ਇਹਦਾ ਮਤਲਬ ਹੁਣ ਇਹ ਸ਼ਕਤੀ ਕਿੱਥੇ ਕੰਮ ਆਉਂਦੀ ਫਿਰ, ਜਦੋਂ ਅਸੀਂ ਬਾਹਰ ਹੀ ਨਹੀਂ ਦਿਖਾਉਂਦੇ। ਫਿਰ ਅੰਦਰੂਨੀ ਇੰਨੀ ਤਾਕਤ ਆ ਜਾਂਦੀ ਹੈ ਕਿ ਬਾਹਰਲੇ ਹਾਲਾਤ ਪਰਿਸਥਿਤੀਆਂ ਸਾਨੂੰ ਡੁਲਾ ਹੀ ਨਹੀਂ ਸਕਦੇ। ਸੋ ਭਾਈ ਮਤੀ ਦਾਸ ਜੀ ਨੂੰ ਚੀਰੇ ਦੇ ਨਾਲ ਸੰਗਤ ਜੀ ਦੋ ਫਾੜ ਕੀਤਾ ਗਿਆ। ਲੇਕਿਨ ਉਹ ਬਾਣੀ ਦੇ ਨਾਲ ਜੁੜੇ ਹੋਏ ਨੇ, ਨਾਮ ਦੇ ਨਾਲ ਜੁੜੇ ਹੋਏ ਨੇ, ਉਹ ਬਿਲਕੁਲ ਨਹੀਂ ਡੋਲੇ। ਬੜਾ ਕਿਹਾ ਗਿਆ ਤੁਹਾਨੂੰ ਛੱਡ ਦਿੰਦੇ ਆ, ਤੁਸੀਂ ਦੀਨੇ ਇਸਲਾਮ ਕਬੂਲ ਕਰ ਲਓ, ਮੈਂ ਨਹੀਂ। ਸੋ ਭਾਈ ਸਤੀ ਦਾਸ ਜੀ ਨੂੰ ਜਿਹੜਾ ਆ ਰੂਹ ਦੇ ਵਿੱਚ ਲਪੇਟ ਕੇ ਅੱਗ ਲਗਾ ਕੇ ਸਾੜਿਆ ਗਿਆ। ਉਹਨਾਂ ਦੀ ਸ਼ਹੀਦੀ ਵੀ ਹੋਈ, ਉਹ ਵੀ ਨਹੀਂ ਡੋਲੇ। ਭਾਈ ਦਿਆਲਾ ਜੀ ਨੂੰ ਜਿਹੜਾ ਹੈ ਦੇਗ ਦੇ ਵਿੱਚ ਉਬਾਲਿਆ ਗਿਆ। ਉਹਨਾਂ ਨੂੰ ਪੁੱਛਿਆ ਤੁਹਾਡੀ ਅੰਤਮ ਇੱਛਾ ਕੀ ਹੈ? ਉਹ ਕਹਿੰਦੇ ਅੰਤਿਮ ਇੱਛਾ ਸਾਡੇ ਉੱਤੇ ਢੱਕਣ ਨਾ ਦਿਓ ਜਦੋਂ ਸਾਨੂੰ ਦੇਗ 'ਚੋਂ ਬਾਲਣਾ ਆ। ਸਾਡਾ ਮੁੱਖ ਜਿਹੜਾ ਆ ਸਤਿਗੁਰਾਂ ਦੇ ਪਿੰਜਰੇ ਵੱਲ ਨੂੰ ਕਰ ਦਿਓ, ਤਾਂ ਕਿ ਅਸੀਂ ਆਪਣੇ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਰਹੀਏ। ਸੋ ਇਹ ਗੁਰਸਿੱਖਾਂ ਦਾ ਜੀਵਨ ਤੁਸੀਂ ਦੇਖੋ, ਜਿਸ ਗੁਰੂ ਦੇ ਵਰਸਾਏ ਗੁਰਸਿੱਖਾਂ ਦਾ ਜੀਵਨ ਇਤਨਾ, ਉਹ ਗੁਰੂ ਕਿਤਨੀ ਕਰਨੀ ਕਮਾਈ ਵਾਲਾ ਹੋਵੇਗਾ, ਦੀਨ ਦੁਨੀਆ ਦਾ ਮਾਲਕ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸੰਗਤ ਜੀ, ਇਹੋ ਜਿਹੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਮਾਨਵਤਾ ਦੀ ਖਾਤਰ, ਹਿਊਮਨ ਰਾਈਟਸ ਦੀ ਖਾਤਰ, ਧਰਮ ਮਤਲਬ ਕੋਈ ਇੱਕ ਧਰਮ ਨਹੀਂ, ਧਰਮ ਪੂਰਾ ਹੀ ਧਰਮ, ਇਸ ਧਰਮ ਦੀ ਖਾਤਰ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਨੇ, ਅਸੀਂ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਬਾਰੰਬਾਰ ਨਮਸਕਾਰਾਂ ਕਰਦੇ ਹਾਂ। ਬਾਰੰਬਾਰ ਇਹੋ ਜਿਹੇ ਗੁਰਸਿੱਖ ਪਿਆਰਿਆਂ ਤੇ ਬਾਰੰਬਾਰ ਨਮਸਕਾਰਾਂ ਕਰਦੇ ਹਾਂ। ਸੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਹੜੇ ਜਲਾਦ ਆ ਉੱਥੇ ਜਲਾਲੂਦੀਨ ਸਮਾਣੇ ਦਾ, ਉੱਥੇ ਜਿਹੜਾ ਕਾਜੀ ਆ ਹੁਕਮਦੀਨ ਆ, ਇਹ ਫਿਰ ਇਹ ਕਹਿੰਦੇ ਆ ਵੀ ਤੁਸੀਂ ਇਹ ਨਾ ਸੋਚਿਓ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਨੇ ਵੀ ਤੁਸੀਂ ਮਹਾਂਪੁਰਖ ਹੋ। ਸ਼ਾਇਦ ਉਹ ਕਾਜੀ ਕਹਿੰਦਾ ਮੈਂ ਫਤਵਾ ਸੁਣਾਉਣ ਵੇਲੇ ਕਿਤੇ ਡੋਲੂੰਗਾ। ਫਤਵਾ ਕਹਿੰਦਾ ਮੈਂ ਸੁਣਾਈ ਦੇਣਾ ਜਿਹੜਾ ਮੈਨੂੰ ਹੁਕਮ ਹੈ, ਜੇ ਤੁਸੀਂ ਨਹੀਂ ਮੰਨ ਰਹੇ, ਇਸਲਾਮ ਧਰਮ ਨਹੀਂ ਕਬੂਲ ਕਰ ਰਿਹਾ। ਔਰ ਜਿਹੜਾ ਜਲਾਦ ਆ ਇਹ ਵੀ ਕਹਿੰਦਾ ਆ, ਇਹ ਕਹਿੰਦਾ ਆ ਕਿ ਮੈਂ ਤਾਂ ਜਿਹੜਾ ਮੇਰਾ ਤਾਂ ਪਿਤਾ ਪੁਰਖ ਹੀ ਕੰਮ ਆ, ਸੀਸ ਜਿਹੜਾ ਤੁਹਾਡੇ ਨਾਲੋਂ ਅਲੱਗ ਕਰਨਾ। ਸੋ ਜਦੋਂ ਮੈਨੂੰ ਹੁਕਮ ਹੋ ਗਿਆ ਮੈਂ ਕਰ ਦੇਣਾ, ਮੇਰੇ ਹੱਥ ਨਹੀਂ ਕੰਬਣੇ ਕਿ ਤੁਸੀਂ ਕੋਈ ਮਹਾਂਪੁਰਖ ਹੋ। ਤੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਵੀ ਤੂੰ ਆਪਣੇ ਖਾਨਦਾਨੀ ਦੀ ਕੀ ਗੱਲਾਂ ਕਰਦਾ ਆ, ਜੇ ਤੇਰੇ ਕੋਲੇ ਖਾਨਦਾਨੀ ਕੰਮ ਆ ਨਾ, ਜਲਾਦ ਵਾਲਾ ਕੰਮ, ਤਾਂ ਸਾਡੇ ਕੋਲ ਵੀ ਸ਼ਹੀਦੀਆਂ ਦੇਣ ਵਾਲਾ ਜਿਹੜਾ ਖਾਨਦਾਨੀ ਕੰਮ ਆ। ਤਾਂ ਮਹਾਰਾਜ ਜੀ ਕਹਿੰਦੇ ਨੇ ਮੇਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮਹਾਰਾਜ ਕਹਿੰਦੇ ਇੱਕ ਤੇਗ ਦੀ ਕੀ ਗੱਲ ਕਰਦਾ, ਤੂੰ 100 ਵਾਰ ਤੇਗਾਂ ਚਲਾ ਕੇ ਦੇਖ ਸਾਡੇ ਉੱਤੇ। ਓਏ ਮੈਨੂੰ ਲਕਬ ਈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ। ਜੰਮਦੇ ਹੀ ਮਾੜੀ ਨਾ। ਮੀਰੀ ਪੀਰ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ 4 ਧਰਮ ਯੁੱਧਾਂ ਦੇਖੀਆਂ, ਜੰਗਾਂ ਦੇਖੀਆਂ ਨੇ। ਕਹਿੰਦੇ ਨੇ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀਆਂ ਪਹਿਨੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ, ਰਿਹਾ ਪਰਖਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈਗੀ ਤੇਰੀਆਂ ਖੋਹ ਤੇਗਾਂ। ਸੋ ਸੰਤ ਗੁਰੂ ਤੇਗ ਬਹਾਦਰ ਸਾਹਿਬ ਜੀ, ਸਤਿਗੁਰ ਸੱਚੇ ਪਾਤਸ਼ਾਹ ਜੀ ਅਚਲ ਅਡੋਲ ਨੇ, ਨਿਸ਼ਚਿੰਤ ਨੇ, ਪਰਮਾਤਮਾ ਦੇ ਭਾਣੇ ਵਿੱਚ ਨੇ, ਐਡੇ ਵੱਡੇ ਰਹਿਬਰ ਨੇ। ਪਿੱਛੇ ਸਾਰੀ ਮਾਨਵਤਾ ਖੜੀ ਹੈ ਕਿ ਅਗਰ ਸਤਿਗੁਰ ਡੋਲਦੇ ਨੇ ਤਾਂ ਧਰਮ ਡੋਲ ਜਾਵੇਗਾ। ਲੇਕਿਨ ਸਤਿਗੁਰ ਧਰਮ ਦੇ ਰੱਖਿਅਕ, ਧਰਮ ਦੀ ਚਾਦਰ। ਸੋ ਸੰਗਤ ਜੀ, ਹਿੰਦੂ ਬ੍ਰਾਹਮਣ ਆਏ ਸਨ, ਅਗਰ ਇਸਲਾਮ ਧਰਮ ਨੂੰ ਖਤਰਾ ਹੁੰਦਾ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਜਾਂਦੇ, ਮਹਾਰਾਜ ਜੀ ਉਹਨਾਂ ਨੇ ਵੀ ਆਪਣਾ ਆਪ ਕੁਰਬਾਨ ਕਰ ਦੇਣਾ ਸੀ। ਜਾਂ ਕੋਈ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ, ਸਤਿਗੁਰਾਂ ਤਾਂ ਇੰਨੇ ਦਿਆਲੂ ਕਿਰਪਾਲੂ ਨੇ ਕਿ ਜਿਹੜਾ ਵੀ ਸਤਿਗੁਰਾਂ ਦੀ ਸ਼ਰਨ ਵਿੱਚ ਆਵੇ ਉਹਦੀ ਮਹਾਰਾਜ ਜੀ ਰੱਖਿਆ ਕਰਦੇ ਹੀ ਕਰਦੇ ਨੇ। ਸੋ ਸ਼ਹੀਦੀ ਵੇਲੇ
ਜਿਹੜਾ ਹੈ ਕਿਸੇ ਸ਼ਾਇਰ ਨੇ ਲਿਖਿਆ, ਕਹਿੰਦਾ ਜਦ ਜ਼ਾਲਮ ਨੌਵੇਂ ਗੁਰਾਂ ਤੇ ਤੇਗ ਚਲਾਈ, ਉਦੋਂ ਧਰਤੀ ਅੰਬਰ ਡੋਲਿਆ ਕੰਬ ਗਈ ਲੋਕਾਈ, ਉੱਥੇ ਮਚੀ ਹਾਹਾਕਾਰ ਸੀ ਜਨਤਾ ਕੁਰਲਾਈ, ਫਿਰ ਜੈਤੇ ਕੀਤਾ ਹੌਸਲਾ ਹਿੰਮਤ ਦਿਖਲਾਈ, ਉਹ ਸੀਸ ਉਠਾ ਕੇ ਲੈ ਗਿਆ ਕਰ ਸੂਰਮਤਾਈ। ਸੋ ਭਾਈ ਜੈਤਾ ਜੀ, ਜਿਹਨਾਂ ਨੂੰ ਬਾਬਾ ਜੀਵਨ ਜੀ ਵੀ ਕਿਹਾ ਜਾਂਦਾ ਹੈ, ਸੋ ਇਹ ਜਦੋਂ ਸਤਿਗੁਰਾਂ ਦੀ ਉੱਥੇ ਸ਼ਹਾਦਤ ਹੋਈ, ਭਾਈ ਜੈਤਾ ਜੀ ਤਾਂ ਭਾਈ ਲੱਖੀ ਸ਼ਾਹ ਵਣਜਾਰਾ ਜੀ, ਇਹਨਾਂ ਦੋਨਾਂ ਨੇ ਬਹੁਤ ਬਹੁਤ ਵੱਡੀ ਸੇਵਾ ਨਿਭਾਈ। ਭਾਈ ਜੈਤਾ ਜੀ ਸਤਿਗੁਰਾਂ ਦਾ ਸੀਸ ਲੈ ਗਏ ਨੇ ਉਸ ਸਥਾਨ ਤੋਂ, ਔਰ ਲੱਖੀ ਸ਼ਾਹ ਵਣਜਾਰਾ ਜਿਹੜੇ ਨੇ, ਇਹ ਸਤਿਗੁਰਾਂ ਦੇ ਧੜ ਨੂੰ ਜਿਹੜਾ ਹੈ ਰੂੰ ਦੇ ਗੱਡੇ ਦੇ ਵਿੱਚ ਲੁਕਾ ਕੇ ਲੈ ਜਾਂਦੇ ਨੇ, ਆਪਣੇ ਘਰ ਦੇ ਵਿੱਚ ਅੱਗ ਲਗਾ ਕੇ, ਤਾਂ ਉੱਥੇ ਸਤਿਗੁਰਾਂ ਦਾ ਜਿਹੜਾ ਹੈ ਇਹ ਸੰਸਕਾਰ ਕਰ ਦਿੰਦੇ ਨੇ। ਭਾਈ ਜੈਤਾ ਜੀ ਜਿਹੜੇ ਨੇ, ਉਹ ਫਿਰ ਕਈ ਪੜਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਸਾਹਿਬ ਸਤਿਗੁਰਾਂ ਦਾ ਸੀਸ ਲੈ ਕੇ ਪਹੁੰਚਦੇ ਨੇ। ਉੱਥੋਂ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਔਰ ਸੰਗਤਾਂ ਮਿਲ ਕੇ ਅਨੰਦਪੁਰ ਸਾਹਿਬ ਲੈ ਕੇ ਜਾਂਦੀਆਂ ਨੇ। ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦੇ ਜਿਹੜੇ 2 ਜਗ੍ਹਾ ਗੁਰਦੁਆਰਾ ਸਾਹਿਬ ਨੇ, ਇੱਕ ਦਿੱਲੀ ਦੇ ਵਿੱਚ ਸੀਸਗੰਜ ਸਾਹਿਬ, ਜਿੱਥੇ ਸਤਿਗੁਰਾਂ ਦਾ ਸੀਸ ਦੀ ਸ਼ਹਾਦਤ ਹੋਈ, ਔਰ ਦੂਸਰਾ ਅਨੰਦਪੁਰ ਸਾਹਿਬ, ਜਿੱਥੇ ਸੀਸ ਦਾ ਸੰਸਕਾਰ ਕੀਤਾ ਗਿਆ। ਰਕਾਬਗੰਜ ਸਾਹਿਬ, ਜਿੱਥੇ ਸਤਿਗੁਰਾਂ ਦਾ ਧੜ ਦਾ ਹੋਇਆ, ਉਹ ਗੁਰਦੁਆਰਾ ਸਾਹਿਬ ਹੈ। ਲੱਖੀ ਸ਼ਾਹ ਵਣਜਾਰੇ ਦਾ ਜਿਹੜਾ ਘਰ ਵਿੱਚ ਉਹਨੇ ਜਿਹੜਾ ਸੰਸਕਾਰ ਕੀਤਾ ਸੀ, ਤੋ ਇਹ ਸਥਾਨ ਸਤਿਗੁਰਾਂ ਦੇ ਬਣੇ ਹੋਏ ਨੇ। ਤੋ ਸੰਗਤ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਹੈ ਸਾਡੇ ਅੰਦਰ ਕਿੰਨੀ ਦ੍ਰਿੜਤਾ ਪਾਈ ਕਿ ਡੋਲਣਾ ਨਹੀਂ, ਲੇਕਿਨ ਇਹ ਤਾਕਤ ਬਾਣੀ ਚੋਂ ਆਣੀ, ਇਹ ਨਾਮ ਚੋਂ ਆਣੀ ਹੈ। ਸੰਗਤ ਜੀ, ਸਾਡੇ ਤਾਂ ਨਿੱਕੇ ਨਿੱਕੇ ਹਾਲਾਤ ਆਉਂਦੇ ਨੇ, ਅਸੀਂ ਡੋਲ ਜਾਂਦੇ ਹਾਂ, ਅਸੀਂ ਹਿਲ ਜਾਂਦੇ ਹਾਂ। ਤੋ ਕਿੱਡੀ ਵੱਡੀ ਸਤਿਗੁਰਾਂ ਦੀ ਕੁਰਬਾਨੀ ਹੈ। ਜਿਹੜੇ ਅਸੂਲਾਂ ਨੂੰ ਆਪ ਮੰਨਦੇ ਹੀ ਨਹੀਂ, ਜਿਹੜੀਆਂ ਆਪਣੀਆਂ ਧਾਰਮਿਕ ਨਿਸ਼ਾਨੀਆਂ ਵੀ ਨਹੀਂ, ਨਾ ਤਿਲਕ ਲਗਾਉਂਦੇ ਨੇ, ਨਾ ਉਹ ਜਨੇਊ ਪਹਿਨਦੇ ਨੇ, ਨਾ ਕੋਈ ਕਰਮਕਾਂਡ ਕਰਦੇ ਨੇ, ਨਾ ਧੋਤੀ, ਨਾ ਬੁੱਧੀ, ਕੁਛ ਵੀ ਨਹੀਂ। ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਰੂਪ ਵਿੱਚ ਇਨਕਾਰ ਵੀ ਕਰ ਦਿੱਤਾ ਜਨੇਊ ਪਹਿਨਣ ਤੋਂ। ਲੇਕਿਨ ਇਹ ਕਿਸੇ ਧਰਮ ਦੀਆਂ ਅਗਰ ਪਵਿੱਤਰ ਨਿਸ਼ਾਨੀਆਂ ਨੇ, ਅਗਰ ਉਹਨਾਂ ਨੂੰ ਖਤਰਾ ਆ, ਅਸੀਂ ਬੇਸ਼ੱਕ ਨਹੀਂ ਪਹਿਨਦੇ, ਲੇਕਿਨ ਉਹਦੀ ਰੱਖਿਆ ਕਰਨ ਦੇ ਲਈ ਆਪਣਾ ਆਪ ਵੀ ਕੁਰਬਾਨ ਕਰ ਦੇਵਾਂਗੇ। ਅੱਜ ਸੰਸਾਰ ਹਿਊਮਨ ਰਾਈਟਸ ਦੀ ਗੱਲ ਕਰ ਰਿਹਾ। ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਵੱਧ ਕੇ ਵੀ ਕੋਈ ਹਿਊਮਨ ਰਾਈਟਸ ਦੀ ਗੱਲ ਕਰ ਸਕਦਾ? ਨਾ ਆਪਣਾ ਧਰਮ, ਨਾ ਆਪਣੇ ਘਰ ਵਿੱਚ ਕੋਈ ਖਤਰਾ, ਲੇਕਿਨ ਫਿਰ ਵੀ ਆਪਣੀ ਕੁਰਬਾਨੀ ਦੇ ਰਹੇ ਨੇ। ਇਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਠੰਡੀਆਂ ਛਾਵਾਂ ਮਾਣਦੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਲੇਕਿਨ ਮਾਨਵਤਾ ਦੀ ਰੱਖਿਆ ਦੇ ਲਈ ਸਤਿਗੁਰੂ ਜੀ ਨੇ ਆਪਣਾ ਆਪ ਵੀ ਕੁਰਬਾਨ ਕੀਤਾ, ਆਪਣੇ ਸਾਹਿਬਜ਼ਾਦੇ ਵੀ ਕੁਰਬਾਨ ਕਰ ਦਿੱਤੇ, ਆਪਣੇ ਪਿਤਾ ਜੀ ਵੀ, ਆਪਣੇ ਮਾਤਾ ਜੀ ਵੀ, ਪਿਆਰੇ ਪਿਆਰੇ ਸਿੱਖ ਵੀ। ਇਹ ਗੁਰੂ ਨਾਨਕ ਦਾ ਘਰ ਬਹੁਤ ਵੱਡਾ ਹੈ ਸੰਗਤ ਜੀ। ਅਸੀਂ ਤਾਂ ਇਹ ਚੋਂ ਕਿਣਕਕ ਮਾਤਰ ਵੀ ਨਹੀਂ ਲੈ ਸਕੇ ਅੱਜ ਤੱਕ। ਸੋ ਇੰਨਾ ਇੰਨਾ ਉੱਚਾ ਜੀਵਨ ਅਸੀਂ ਤਾਂ ਮੇਰ ਤੇਰ ਚੋਂ ਨਹੀਂ ਉੱਠ ਪਾਉਂਦੇ, ਤਾਂ ਆਪਣੇ 4 ਮੈਂਬਰਾਂ ਨੂੰ ਨਹੀਂ ਪਿਆਰ ਕਰ ਸਕਦੇ। ਸਤਿਗੁਰ ਪਿਆਰ ਦੀ ਮੂਰਤ ਤਾਂ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਇਹ ਪ੍ਰੇਮ ਦੀ ਪਰਿਭਾਸ਼ਾ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿਖਾਈ। ਪ੍ਰੇਮ ਦੀ ਪਰਿਭਾਸ਼ਾ ਪ੍ਰੈਕਟੀਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿਖਾਈ। ਆਪਣਾ ਆਪ, ਆਪਣਾ ਪਰਿਵਾਰ, ਆਪਣਾ ਵੰਸ਼, ਆਪਣਾ ਪਿਤਾ ਮਾਤਾ, ਔਰ ਮਾਤ ਗੁਜਰੀ ਜੀ, ਕਿਹੋ ਜਿਹੇ ਰੂਹ ਹੋਣਗੇ ਮਾਤ ਗੁਜਰੀ ਜੀ। ਮਾਂ ਗੁਜਰੀ ਨੂੰ ਅਸੀਂ ਜਿੰਨੀਆਂ ਸਲਾਮਾਂ ਨਮਸਕਾਰਾਂ ਕਰ ਲਈਏ ਸੰਗਤ ਜੀ, ਥੋੜ੍ਹੀਆਂ ਨੇ। ਇਹ ਆਪਣੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਬੜਾ ਔਰਤ ਨੂੰ ਸਿਖਾਇਆ ਜਾਂਦਾ ਵੀ ਤੇਰਾ ਸੁਹਾਗ ਹੀ ਆ ਸਾਰਾ ਕੁਝ, ਤੇਰਾ ਪਤੀ। ਸੋ ਉਹਦੇ ਲਈ ਪੂਜਾ ਵੀ ਕਰਦੀਆਂ ਨੇ, ਵਰਤ ਵੀ ਰੱਖਦੀਆਂ ਨੇ ਔਰਤਾਂ ਸੁਹਾਗ ਬਚਾਉਣ ਲਈ। ਉਹ ਭਾਈ ਮਾਂ ਗੁਜਰੀ ਦੇ ਚਰਨਾਂ 'ਚ ਨਮਸਕਾਰ ਕਰ ਲਿਆ ਕਰੋ। ਸੋ ਜੋ ਵੀ ਕਿਸੇ ਦਾ ਧਰਮ ਆ, ਉਹ ਜਿਵੇਂ ਮਰਜ਼ੀ ਨਿਭਾਓ, ਕੋਈ ਆਪਣਾ ਚੰਗੀ ਗੱਲ, ਸਾਰਿਆਂ ਦੇ ਅੱਛੇ ਹੁੰਦੇ ਧਰਮ ਨੇ, ਬਹੁਤ ਅੱਛੀ ਗੱਲ ਹੈ। ਪਰ ਮਾਂ ਗੁਜਰੀ ਦੀਆਂ ਰਿਣੀ ਨੇ ਸਾਰੀਆਂ ਔਰਤਾਂ, ਸਾਰੀਆਂ ਸੁਹਾਗਣਾਂ ਰਿਣੀ ਨੇ। ਮਾਂ ਗੁਜਰੀ, ਦੇਖੋ ਸੰਗਤ ਜੀ, ਮਾਤਾ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੋੜ ਦਿੱਤਾ ਦਿੱਲੀ ਚਾਂਦਨੀ ਚੌਂਕ ਦੇ ਵਿੱਚ। ਪਤਾ ਵੀ ਸੀ ਵੀ ਸਤਿਗੁਰੂ ਨੇ ਆਪਣੀ ਸ਼ਹਾਦਤ ਦੇਣੀ ਹੈ, ਰੁਕਿਆ ਨਹੀਂ ਵੀ ਆਪਣਾ ਸੁਹਾਗ ਤਾਂ ਮੈਂ ਵਾਰ ਦੇਵਾਂਗੀ, ਲੇਕਿਨ ਇੰਨੀਆਂ ਔਰਤਾਂ ਦੇ ਸੁਹਾਗ ਜਿਹੜੇ ਨੇ ਬਚ ਜਾਣਗੇ। ਆਪਣੇ ਪੁੱਤਰ ਦੇ ਸਿਰ ਦੇ ਤੋਂ ਪਿਤਾ ਦਾ ਸਾਇਆ ਤਾਂ ਮੈਂ ਵਾਰ ਦੇਵਾਂਗੀ, ਪਰ ਬਾਕੀ ਬੱਚੇ ਯਤੀਮ ਹੋਣ ਤੋਂ ਜਿਹੜੇ ਬਚਾ ਲੈਣੇ ਮਾਤਾ ਗੁਜਰੀ ਜੀ ਨੇ। ਸੋ ਕਿੰਨੀਆਂ ਕੁ ਨਮਸਕਾਰਾਂ ਕਰੀਏ। ਸੋ ਵਿਦਵਾਨ, ਹਿੰਦੂ ਵਿਦਵਾਨ ਕਹਿੰਦੇ ਨੇ ਕਿ ਹਿੰਦੂ ਮੰਦਰਾਂ ਵਿੱਚ ਜੋ ਜੋਤਾਂ ਜਗ ਰਹੀਆਂ ਨੇ,
ਇਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਹੂ ਦੀਆਂ ਖੂਨ ਦੀਆਂ ਜੋਤਾਂ ਹੀ ਜਗ ਰਹੀਆਂ ਨੇ। ਸਾਹਿਬ ਆਪਣੀ ਨਾਂ ਨਾਲ ਸ਼ਹਾਦਤ ਦਿੰਦੇ, ਹਿੰਦੂ ਮੰਦਰਾਂ ਵਿੱਚ ਘੰਟੀਆਂ ਨਹੀਂ ਸਨ ਖੜਕਣੀਆਂ, ਕਿਸੇ ਨੇ ਤਿਲਕ ਨਹੀਂ ਸੀ ਲਾਣਾ, ਕਿਸੇ ਨੇ ਜਨੇਊ ਨਹੀਂ ਸੀ ਪਹਿਨ ਪਾਣਾ। ਇਹ ਸਤਿਗੁਰਾਂ ਦੀ ਸ਼ਹਾਦਤ, ਉਹਦਾ ਹੀ ਸਤਿਗੁਰਾਂ ਦੀ ਕੁਰਬਾਨੀ ਦਾ ਹੀ ਫਲ ਹੈ, ਜਿਹੜੀ ਭਾਰਤ ਦੀ ਸੰਸਕ੍ਰਿਤੀ ਜਿਹੜੀ ਵਸੀ ਹੋਈ ਹੈ, ਅੱਜ ਵੀ ਚੱਲ ਰਿਹਾ ਸਾਰਾ ਸਿਸਟਮ। ਸੋ ਸਾਰੇ ਹੀ ਰਿਣੀ ਹਾਂ ਅਸੀਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਰਿਣੀ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ। ਤੋ ਸੰਗਤ ਜੀ ਹੁਣ ਜਿਹੜੇ ਨੇ ਸ਼ਹੀਦੀ ਦਿਵਸ ਹੀ ਚੱਲ ਰਹੇ ਨੇ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਗੁਰਸਿੱਖਾਂ ਦੀਆਂ ਸ਼ਹੀਦੀਆਂ, ਚਮਕੌਰ ਦੀ ਗੜੀ, ਸਰਸਾ ਨਦੀ, ਸਰਹੰਦ ਦੇ ਵਿੱਚ ਨੀਹਾਂ ਵੇਚਣੇ ਜਾਣੇ ਸਾਹਿਬਜ਼ਾਦੇ, ਸਾਰਾ ਜਿਹੜਾ ਇਹ ਦਿਵਸਾਣੇ ਨੇ। ਤੋ ਆਪਣੇ ਪੰਥ ਵਿੱਚ ਬੜੇ ਬੜੇ ਗਿਆਨੀ, ਕਥਾਵਾਚਕ, ਧਾਰਮਿਕ ਸਥਾਨਾਂ ਤੋਂ ਸਾਨੂੰ ਬੜਾ ਇਤਿਹਾਸ ਬਾਰੇ ਦੱਸ ਰਹੇ ਨੇ। ਆਪ ਵੀ ਸੁਣੋ, ਆਪਣੇ ਬੱਚਿਆਂ ਨੂੰ ਵੀ ਸੁਣਾਓ, ਆਪਣੇ ਵਿਰਸੇ ਦੇ ਨਾਲ ਜੋੜੋ। ਸੋ ਵਿਰਸੇ ਨਾਲ ਵਿਰਸਾ ਮਤਲਬ ਕੋਈ ਸਾਡਾ ਨਿੱਜੀ ਵਿਰਸਾ ਨਹੀਂ, ਵਿਰਸਾ ਅਕਾਲ ਪੁਰਖ ਦਾ ਵਿਰਸਾ, ਜਿਹੜਾ ਸਾਰੀ ਮਾਨਵਤਾ ਦਾ ਵਿਰਸਾ, ਉਹੀ ਗੁਰੂ ਨਾਨਕ ਦੇ ਘਰ ਦਾ ਵਿਰਸਾ ਆ। ਸਿਰਫ ਇੱਕ ਓਂਕਾਰ ਦੇ ਨਾਲ ਜੁੜਨਾ ਹੀ, ਅਕਾਲ ਪੁਰਖ ਬ੍ਰਹਮ ਪਰਮਾਤਮਾ ਦੇ ਨਾਲ ਜੁੜਨਾ ਹੀ ਸਾਡਾ ਸਾਰਿਆਂ ਦਾ ਵਿਰਸਾ ਹੈ। ਉਹਦੇ ਨਾਲ ਜੁੜਾਂਗੇ, ਸਾਰਿਆਂ ਨੂੰ ਪ੍ਰੇਮ ਕਰਾਂਗੇ, ਕੋਈ ਮੇਰ ਤੇਰ ਨਹੀਂ ਰਹੂਗੀ, ਫਿਰ ਅਣਖੀਲੇ ਵੀ ਰਹਾਂਗੇ, ਕਿਸੇ ਤੋਂ ਡਰਾਂਗੇ ਵੀ ਨਹੀਂ। ਹੁਣ ਤਾਂ ਅਸੀਂ ਡਰਦੇ ਵੀ ਹਾਂ ਤੇ ਡਰਾਉਂਦੇ ਵੀ ਹਾਂ। ਫਿਰ ਇਹ ਬਾਣੀ ਰੂਪ ਜੀਵਨ ਹੋਏਗਾ, ਭੈ ਕਹੋ ਕੇ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਣ ਜੇ ਮਨਾ ਗਿਆਨੀ ਤਾਹੇ ਬਖਾਨ। ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਔਰ ਨਾ ਹੀ ਕਿਸੇ ਤੋਂ ਡਰਾਉਂਦਾ, ਇਹ ਉਹੀ ਹੈ ਜਿਹੜਾ ਅਕਾਲ ਦੇ ਨਾਲ ਜੁੜਿਆ ਹੋਇਆ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰਾਂ ਦੇ ਚਰਨਾਂ ਵਿੱਚ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀ ਸੰਗਤ ਦੀ ਬੇਨਤੀ ਹੈ ਕਿ ਮਹਾਰਾਜ ਜੀ ਬਾਣੀ ਰੂਪ ਸਾਡਾ ਜੀਵਨ ਹੋ ਜਾਵੇ, ਅਸੀਂ ਬਾਣੀ ਨਾਲ ਜੁੜੀਏ। ਨਿਰਭਉ ਨਿਰਵੈਰ ਦੀ ਅਸੀਂ ਸੰਤਾਨ ਹਾਂ, ਸਾਡਾ ਜੀਵਨ ਵੀ ਨਿਰਭਉ ਨਿਰਵੈਰ ਵਾਲਾ ਹੋ ਜਾਵੇ। ਸੋ ਜਿਹੜੇ ਰਾਜੇ ਲੋਕ ਹੁੰਦੇ ਨੇ ਸੰਗਤ ਜੀ, ਪੁੰਨ ਕਰਕੇ ਇਹਨਾਂ ਨੂੰ ਰਾਜ ਭਾਗ ਮਿਲਦੇ ਨੇ, ਲੇਕਿਨ ਫਿਰ ਇਹ ਕੀ ਕਰਦੇ ਨੇ, ਮਿਲਦੇ ਤਾਂ ਪੁੰਨ ਕਰਕੇ ਨੇ, ਫਿਰ ਇਹ ਜਦੋਂ ਜ਼ੁਲਮ ਕਰਦੇ ਨੇ ਨਾ, ਤਾਂ ਫਿਰ ਇਹਨਾਂ ਦਾ ਹਾਲ ਵੀ ਬੁਰਾ ਹੋ ਜਾਂਦਾ। ਮਹਾਰਾਜ ਕਹਿੰਦੇ ਦਾਨੰ ਪੂਰਾ ਪਰਾ ਪੂਰਬਲੈਣ ਪੁਚੰਤੇ ਮਹੀਪ ਤੇ ਵਿਪਰੀਤ ਬੁੱਧਿ ਮਾਰਤਾ ਲੋਕ ਨਾਨਕ ਚਿਰੰਕਾਲ ਦੁੱਖ ਭੋਗਦੇ। ਫਿਰ ਲੰਬਾ ਸਮਾਂ ਇਹ ਦੁੱਖ ਭੋਗਦੇ ਨੇ, ਕਿਉਂਕਿ ਇਹ ਜਨਤਾ ਨੂੰ, ਪ੍ਰਜਾ ਨੂੰ ਜਦੋਂ ਸੁੱਖ ਨਹੀਂ ਦਿੰਦੇ, ਧਰਮ ਦਾ ਰਾਜ ਨਹੀਂ ਕਰਦੇ, ਇਹ ਉਲਟਾ ਬਦਦੁਆਵਾਂ ਲੈ ਲੈਂਦੇ ਨੇ ਦੁਨੀਆ ਦੀਆਂ। ਸੋ ਇਹ ਬਚਣਾ ਚਾਹੀਦਾ ਸਾਨੂੰ ਵੀ ਜੀਵਨ ਦੇ ਵਿੱਚ, ਜਿਹੜਾ ਸਾਨੂੰ ਪਾਰਟ ਮਿਲਿਆ ਉਹਨੂੰ ਇਮਾਨਦਾਰੀ ਨਾਲ ਪਲੇ ਕਰੀਏ। ਜਦੋਂ ਬਦਦੁਆਵਾਂ ਮਿਲਦੀਆਂ ਨੇ ਕੀ ਹਾਲ ਹੋ ਜਾਂਦਾ, ਲੈਂਦਾ ਬਦ ਦੁਆਏ ਤਾਂ ਮਾਇਆ ਕਰੇ ਇਕੱਤ, ਜਿਸ ਨੂੰ ਤੂੰ ਪਤਿਆਏਂਦਾ ਸੋ ਸੁਣ ਤੁਝੇ ਅਨਿਤ। ਸੋ ਰਾਜੇ ਕੀ ਕਰਦੇ ਨੇ, ਹੈ ਨਾ, ਮਾਇਆ ਨਾਲ ਚਿੰਬੜੇ ਨੇ, ਤੇ ਅੱਜ ਦੇ ਰਾਜੇ ਵੀ ਕੀ ਕਰ ਰਹੇ ਨੇ, ਮਾਇਆ ਨਾਲ ਚਿੰਬੜੇ ਪਏ ਨੇ। ਕਿਸਾਨ ਸੜਕਾਂ ਤੇ ਬੈਠੇ ਨੇ, ਅੰਨਦਾਤੇ ਨੇ, ਆਪਣਾ ਹੱਕ ਮੰਗ ਰਹੇ ਨੇ, ਸੋ ਬਦਦੁਆਵਾਂ ਹੀ ਲੈ ਰਹੇ ਨੇ। ਉਹ ਉੱਥੇ ਜਿਹੜੇ ਬੈਠੇ ਨੇ, ਜਾਂ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੇ ਨੇ, ਜਿਹੜੇ ਵੀ ਜੁੜਿਓ ਨੇ ਕਿਸਾਨਾਂ ਦੇ ਨਾਲ, ਐਕਚੁਅਲੀ ਤਾਂ ਹਰ ਇੱਕ ਮਾਨਵ ਕਿਸਾਨ ਦੇ ਨਾਲ ਜੁੜਿਆ ਹੋਇਆ, ਉਹਦਾ ਹੀ ਬੀਜਿਆ ਅਸੀਂ ਖਾਂਦੇ ਹਾਂ, ਉਹਦੀਆਂ ਫਸਲਾਂ ਤਿਆਰ ਕੀਤੀਆਂ ਅਸੀਂ ਖਾਂਦੇ ਹਾਂ। ਤੋ ਇਹ ਬਦਦੁਆਵਾਂ ਲੈ ਰਹੇ ਨੇ, ਫਿਰ ਹਾਲ ਇਹਨਾਂ ਦਾ ਬੁਰਾ ਹੋ ਜਾਂਦਾ ਹੁੰਦਾ। ਉਦੋਂ ਸਮਝ ਨਹੀਂ ਆਉਂਦੀ ਔਰੰਗਜ਼ੇਬ ਦਾ ਕਿੰਨਾ ਕੁ ਬੁਰਾ ਹਾਲ ਹੋ ਗਿਆ ਸੀ। ਤੋ ਉਹਦੀ ਵਸੀਅਤਨਾਮਾ ਸੰਗਤ ਜੀ ਜਿਹੜੀ ਉਹਦੀ ਲਿਖੀ ਮਿਲੀ ਸੀ, ਉਹਦੇ ਸਿਰਹਾਣੇ ਦੇ ਨੀਚੋਂ ਉਹ ਕਹਿੰਦਾ, ਮੈਂ ਖਾਲੀ ਹੱਥ, ਜਦੋਂ ਮਰ ਗਿਆ ਨਾ ਉਹਦੇ ਸਿਰਹਾਣੇ ਨੀਚੋਂ ਨਿਕਲੀ, ਮੈਂ ਖਾਲੀ ਹੱਥ ਸੰਸਾਰ ਤੇ ਆਇਆ ਸੀ ਤੇ ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਹਾਂ। ਖੁਦਾ ਦਾ ਵਾਸਤਾ ਮੇਰੇ ਪਾਪਾਂ ਦਾ ਜ਼ਿਕਰ ਨਾ ਕਰਨਾ, ਮੇਰੀ ਕਬਰ ਦੇ ਨੇੜੇ ਕਿਸੇ ਦਰਖਤ ਨੂੰ ਨਾ ਲਗਾਉਣਾ, ਕਿਉਂਕਿ ਮੇਰੇ ਵਰਗੇ ਪਾਪੀ ਤੇ ਜ਼ੁਲਮੀ ਰਾਜੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੀ ਕਬਰ ਦਰਖਤ ਦੀ ਛਾਂ ਮਾਣ ਸਕੇ। ਸੋ ਇਹਦਾ ਇਹ ਕਹਿੰਦੇ ਵੀ ਇਹਨੂੰ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ, ਜਦੋਂ ਆ ਵੀ ਜਾਂਦੀ ਸੀ ਨਾ, ਅੱਬੜ ਵਾਹੇ ਉੱਠ ਕੇ ਡਿੱਗਦਾ, ਮਤਲਬ ਇੰਨਾ ਜੰਪ ਕਰ ਜਾਂਦਾ ਸੀ, ਬੈੱਡ ਤੋਂ ਵੀ ਨੀਚੇ ਡਿੱਗ ਜਾਂਦਾ ਸੀ। ਇਹੋ ਜਿਹਾ ਇਹਦਾ ਬੁਰਾ ਹਾਲ ਹੋ ਗਿਆ ਸੀ। ਇੱਦਾਂ ਹੀ ਜਹਾਂਗੀਰ ਦਾ ਹਾਲ ਬੁਰਾ ਹੋ ਗਿਆ ਸੀ, ਉਹਨੂੰ ਨਾ ਦਿਨ ਨੂੰ ਚੈਨ, ਨਾ ਰਾਤ ਨੂੰ ਨੀਂਦ ਆਉਂਦੀ ਸੀਗੀ। ਸੋ ਇਹ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਵਿੱਚ ਆਪ ਵੀ ਸਿੱਖਿਆ ਲੈਣੀ ਚਾਹੀਦੀ ਆ। ਤਾਂ ਆਪ ਸਾਰੀਆਂ ਸੰਗਤਾਂ ਨੂੰ ਸੰਗਤ ਜੀ ਬੇਨਤੀ ਵੀ ਕੀਤੀ ਸੀਗੀ, ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਸਾਨਾਂ ਦਾ ਕੋਈ ਧਰਮ ਨਹੀਂ ਹੁੰਦਾ, ਕਿਸਾਨ ਕਿਸਾਨ ਨੇ, ਉਹ ਸਾਰੀ ਮਾਨਵਤਾ ਦਾ ਢਿੱਡ ਭਰਨ ਵਾਲੇ ਨੇ, ਸਾਰੀ ਜਾਤੀ ਦਾ ਢਿੱਡ ਭਰਨ ਵਾਲੇ ਨੇ। ਉਹ ਆਪਣੇ ਹੱਕ ਦੇ ਲਈ, ਇਨਸਾਫ ਦੇ ਲਈ ਬੈਠੇ ਨੇ। ਆਪ ਜੀ ਨੂੰ ਕਿਹਾ ਸੀ ਤੁਸੀਂ ਪਾਠ ਕਰੋ ਵੱਧ ਤੋਂ ਵੱਧ ਚੌਪਈ ਸਾਹਿਬ ਦੇ ਉਹਨਾਂ ਦੇ ਲਈ, ਇੱਕ ਤਾਂ ਰੱਖਿਆ ਬਣਦੀ ਹੈ,
ਤਾਕਤ ਬਣਦੀ ਹੈ ਉਹਨਾਂ ਦੇ ਨਾਲ, ਫਿਰ ਉਹ ਅਡੋਲ ਰਹਿਣਗੇ, ਆਪਣੇ ਦ੍ਰਿੜ ਇਰਾਦੇ ਦੇ ਵਿੱਚ ਰਹਿਣਗੇ। ਤਾਂ ਗੁਰੂ ਮਹਾਰਾਜ ਦੀ ਜਦੋਂ ਨਾਮ ਬਾਣੀ ਦਾ ਓਟ ਆਸਰਾ ਲੈਂਦੇ ਆ, ਮਹਾਰਾਜ ਜੀ ਦੀ ਕਿਰਪਾ ਵਰਸਦੀ ਹੈ, ਉਹਨਾਂ ਨੂੰ ਇਨਸਾਫ ਮਿਲੇ, ਨਾਲ ਅਸੀਂ ਬੇਨਤੀਆਂ ਕਰੀਏ, ਰਾਜਿਆਂ ਨੂੰ ਸਮੱਤ ਆਵੇ ਉਹਨਾਂ ਲਈ ਵੀ ਅਸੀਂ ਬੇਨਤੀਆਂ ਕਰੀਏ, ਤਾਂ ਕਿ ਇੱਕ ਸੁੱਖਾਂ ਭਰਿਆ, ਸ਼ਾਂਤੀ ਭਰਿਆ, ਸਮਰਿੱਧੀ ਭਰਿਆ, ਇਤਫਾਕ ਭਰਿਆ, ਪ੍ਰੇਮ ਭਰਿਆ ਜਿਹੜਾ ਇਹ ਸੰਸਾਰ ਬਣ ਜਾਵੇ। ਸੋ ਇਹ ਮੇਰਾ ਤੇਰਾ ਖਤਮ ਹੋ ਕੇ ਸਾਰੇ ਇੱਕ ਦੂਸਰੇ ਦਾ ਸਹਿਯੋਗ ਕਰਨ। ਇਵੇਂ ਆਪ ਜੀ ਪਾਠ ਵੀ ਕਰੋ। ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਇਤਿਹਾਸ ਸੁਣੋ, ਆਪਣੇ ਬੱਚਿਆਂ ਨੂੰ ਜੋੜੋ ਇਸ ਦੇ ਨਾਲ, ਪਤਾ ਚੱਲੇ ਕਿ ਕਿੱਦਾਂ ਦਾ ਸਿੱਖਾਂ ਦਾ ਜੀਵਨ ਅਚਲ ਅਡੋਲ ਅਵਸਥਾ ਦੇ ਮਾਲਕ ਵਾਲਾ ਜੀਵਨ, ਤਾਂ ਇੱਦਾਂ ਦਾ ਸਾਡਾ ਸਾਰਿਆਂ ਦਾ ਜੀਵਨ ਹੋਵੇ। ਤੋ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ। ਸੋ ਸਤਿਗੁਰਾਂ ਦਾ ਜੀਵਨ ਬਾਣੀ ਅਗਾਧ ਬੋਧ ਆ, ਇਹਨੂੰ ਅਸੀਂ ਕੋਈ ਵੀ ਬਿਆਨ ਨਹੀਂ ਕਰ ਸਕਦੇ, ਪਰ ਥੋੜ੍ਹੇ ਥੋੜ੍ਹੇ ਅਸੀਂ ਦਰਸ਼ਨ ਕੀਤੇ। ਸਤਿਗੁਰਾਂ ਕੋਲੋਂ ਅਸੀਸਾਂ ਮੰਗਦੇ ਹਾਂ ਕਿ ਤੇਗ ਬਹਾਦਰ ਸਿਮਰਿਐ, ਕਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਮਹਾਰਾਜ ਜੀ, ਆਪ ਜੀ ਕਿਸਾਨਾਂ ਦੇ ਨਾਲ ਵੀ ਸਹਾਈ ਹੋ, ਸਾਡੀਆਂ ਰੂਹਾਂ ਦੇ ਨਾਲ ਵੀ ਸਹਾਈ ਹੋਵੋ, ਸਾਡਾ ਸਭ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਕਰੋ, ਸਾਰਿਆਂ ਨੂੰ ਨਾਮ ਬਾਣੀ ਦੇ ਨਾਲ ਜੋੜੋ। ਸੱਚੇ ਪਾਤਸ਼ਾਹ ਜੀ, ਹੋਈਆਂ ਭੁੱਲਾਂ ਗਲਤੀਆਂ ਸੰਗਤ ਜੀ ਬਖਸ਼ ਦੇਣਾ ਜੀ। ਸੋ ਤੇ ਅਗਲੀ ਜਿਹੜੀ ਆਪਣੀ ਸਾਡੀ ਮੀਟਿੰਗ ਹੋਵੇਗੀ, ਉਹ ਹੁਣ ਨਵੇਂ ਸਾਲ ਵਿੱਚ 3 ਜਨਵਰੀ ਨੂੰ ਹੋਵੇਗੀ। ਜਿਹੜਾ ਵਿੱਚ ਹੁਣ ਇੱਕ ਸੰਡੇ ਆਵੇਗਾ, ਉਸ ਦਿਨ ਸਾਡੀ ਇਸ ਤਰ੍ਹਾਂ ਮੀਟਿੰਗ ਸਾਰਿਆਂ ਦੀ ਸੰਗਤੀ ਰੂਪ ਵਿੱਚ ਨਹੀਂ ਹੋ ਪਾਵੇਗੀ। ਸਾਰੇ ਆਪਣੀ ਆਪਣੀ ਸਾਲ ਦੇ ਹੁਣ ਅਖੀਰਲੇ ਦਿਨ ਨੇ, ਵੱਧ ਤੋਂ ਵੱਧ ਇਕਾਂਤ ਵਿੱਚ ਬੈਠ ਕੇ ਬੰਦਗੀ ਕਰੋ, ਨਾਮ ਦੇ ਲਾਹੇ ਖੱਟੋ। ਹੁਣ ਜਿੰਨੇ ਕੁ ਦਿਨ ਬਚੇ ਨੇ, ਤਾਂ ਜਿੰਨਾ ਸਮਾਂ ਤੁਸੀਂ ਵੱਧ ਤੋਂ ਵੱਧ ਲਾ ਸਕਦੇ ਹੋ, ਇੱਥੇ ਆਪਣੇ ਲਾਹੇ ਖੱਟੋ ਸੰਗਤ ਜੀ। ਫਿਰ ਨਵੇਂ ਸਾਲ ਵਿੱਚ ਆਪ ਜੀ ਸਾਰਿਆਂ ਦੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਾਨੂੰ ਮਹਾਰਾਜ ਜੀ ਸੁਭਾਗ ਸਮਾਂ ਬਖਸ਼ਣ। ਇਹ ਬੇਨਤੀਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ, ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।